ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਸਾਡਾ ਰਹੇਗਾ ਕਿ ਅੱਜ 16 ਤਰੀਕ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਨੂੰ 1 ਮਹੀਨਾ ਪੂਰਾ ਹੋ ਜਾਣਾ। ਬੜੇ ਤਰ੍ਹਾਂ ਦੇ ਸਵਾਲ, ਬੜੇ ਤਰ੍ਹਾਂ ਦੇ ਵਿਵਾਦ ਸਰਕਾਰ ਨਾਲ ਜੁੜੇ। ਅਖੀਰ ਦੇ ਵਿੱਚ ਜਿਹੜਾ ਚਰਚਾ ਹੁਣ ਇਹੀ ਚੱਲ ਰਹੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਾਂ ਕਹਿੰਦੇ ਕਿ ਦਿੱਲੀ ਵਾਲਾ ਟੋਲਾ ਜਿਹੜਾ ਉਹ ਭਗਵੰਤ ਮਾਨ ਨੂੰ ਠਿੱਬੀ ਲਾਉਣ ਦੀ ਸੋਚ ਰਿਹਾ ਜਾਂ ਉਹਨੂੰ ਬਦਨਾਮ ਕਰਨ ਦੀ ਸੋਚ ਰਿਹਾ, ਜਦੋਂ ਬੜੇ ਤਰ੍ਹਾਂ ਦੇ ਇਲਜ਼ਾਮ ਉੱਠਦੇ ਨੇ ਕਿ ਦਿੱਲੀ ਕੀ ਕਰਨ ਜਾਂਦੇ ਨੇ। ਮਹੀਨੇ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੇ ਲੋਕ ਹਿਸਾਬ ਮੰਗਦੇ ਨੇ। 300 ਯੂਨਿਟ ਮੁਫਤ ਬਿਜਲੀ ਜਿਹੜੀ ਆ ਹੁਣ ਤੱਕ ਮਿਲੀ ਨਹੀਂ, ਉਹਦੀਆਂ ਉਡੀਕਾਂ ਹੋ ਰਹੀਆਂ ਨੇ। ਕਹਿੰਦੇ ਸ਼ਾਇਦ ਅੱਜ ਕੋਈ ਤੋਹਫਾ ਦੇ ਦੇਣਾ ਪੰਜਾਬ ਨੂੰ, ਪਰ ਉਹ ਕੀ ਦੇਣਾ, ਬੜੀ ਬੇਸਬਰੀ ਨਾਲ ਉਡੀਕ ਹੈ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ। ਸ਼ੁਕਰੀਆ ਵਾਲੀਆ ਸਾਹਿਬ। ਮੈਂ ਸ਼ਾਇਦ ਸਵਾਲ ਦੇ ਵਿੱਚ ਸਾਰਾ ਕੁਝ ਕਲੀਅਰ ਕਰ ਦਿੱਤਾ ਹੈ। ਹੁਣ ਤੁਸੀਂ ਜਵਾਬ ਜਿਹੜਾ ਉਹ ਸਾਫ਼ ਕਰਿਓ ਕਿ ਇਸ ਮਸਲੇ ਦੀ ਜਿਹੜੀ ਆ ਉਹ ਤਾਣੀ ਇੰਨੀ ਉਲਝੀ ਹੋਈ ਆ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਸ਼ੁਰੂ ਕਿਹੜੇ ਪਾਸਿਓਂ ਕਰਾਂ। ਦੇਖੋ, ਇੱਕ ਅਸਲ ਦੇ ਵਿੱਚ ਨਾ ਜਦੋਂ ਬਹੁਤ ਉਮੀਦਾਂ ਹੋਣ, ਆਸਾਂ ਵੱਡੀਆਂ ਹੋਣ ਤੇ ਫਿਰ ਇਸ ਤਰ੍ਹਾਂ ਹੁੰਦਾ ਹੈ ਤੇ ਲੋਕਾਂ ਨੂੰ ਤਾਂ ਇਉਂ ਲੱਗਦਾ ਜਿਵੇਂ ਕਹਿੰਦੇ ਨੇ ਕਿ ਬਹੁਤ ਸ਼ੋਰ ਸੁਣਤੇ ਥੇ ਪਹਿਲੂ ਮੇਂ ਦਿਲ ਕਾ ਜਬ ਚੀਰਾ ਤੋਂ ਕਤਰੇ ਖੂਨ ਨਾ ਨਿਕਲਾ। ਬਹੁਤ ਰੌਲਾ ਪਿਆ ਸੀ, ਅਸੀਂ ਇਹ ਕਰ ਦਾਂਗੇ। ਲੋਕਾਂ ਨੂੰ ਲੱਗਿਆ ਕਿ ਵੀ ਸੱਚਮੁੱਚ ਹੀ ਬਹੁਤ ਵੱਡੀ ਕਰਾਮਾਤ ਹੋ ਜਾਣੀ ਹੈ, ਕਿਉਂਕਿ ਜਿਸ ਤਰੀਕੇ ਨਾਲ ਮਾਹੌਲ ਬਣਿਆ, ਮਾਹੌਲ ਇਸ ਕਰਕੇ ਨਹੀਂ ਬਣਿਆ ਕਿ ਲੋਕ ਆਮ ਆਦਮੀ ਪਾਰਟੀ ਤੋਂ ਇੰਪ੍ਰੈਸ ਸੀ। ਲੋਕ ਦੁਖੀ ਸੀ ਪਹਿਲਾਂ ਅਕਾਲੀਆਂ ਤੋਂ ਤੇ ਫਿਰ ਕਾਂਗਰਸ ਤੋਂ। ਮਸਲੇ ਵੱਡੇ ਪਏ ਸੀ ਜਿਨ੍ਹਾਂ 'ਚ ਲੱਗ ਰਿਹਾ ਸੀ ਕਿ ਨਾ ਤਾਂ ਬੇਅਦਬੀ ਦੇ ਮਾਮਲੇ ਦੇ ਵਿੱਚ ਅਕਾਲੀਆਂ ਨੇ ਤਾਂ ਕੀ ਸਿੰਸੀਅਰ ਹੋਣਾ ਸੀ, ਕੈਪਟਨ ਸਾਹਿਬ ਵੀ ਮਿਲੇ ਹੋਏ ਨਜ਼ਰ ਆਉਂਦੇ ਸੀ। ਸੋ ਇਹ ਜਿਹੜੀ ਜਿੱਤ ਹੋਈ, ਅਸਲ ਦੇ ਵਿੱਚ ਐਡਾ ਵੱਡਾ ਮੈਂਡੇਟ ਜਿਹੜਾ ਮਿਲਿਆ ਉਹ ਅਕਾਲੀ ਔਰ ਕਾਂਗਰਸ ਦੀ ਨਾਕਾਮੀ ਨੂੰ ਮਿਲਿਆ। ਉਹਨਾਂ ਨੂੰ, ਉਹਨਾਂ ਦੇ ਲਈ, ਉਹਨਾਂ ਨੂੰ ਹਰਾਉਣ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤੇ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ। ਮੈਂ ਤਾਂ ਹੈਰਾਨ ਹਾਂ ਕਿ ਇਹਨਾਂ ਨੇ ਲਿਖ ਕੇ ਤਾਂ ਹਾਲ ਤੱਕ ਕੁਛ ਨਹੀਂ ਦਿੱਤਾ। ਇਹਨਾਂ ਦਾ ਕੋਈ ਰਿਟਨ ਮੈਨੀਫੈਸਟੋ ਨਹੀਂ ਆਇਆ। ਪਰ ਹੁਣ ਤੁਸੀਂ ਸਵਾਲ ਅਸਲ ਦੇ ਵਿੱਚ ਕੀਤਾ ਹੈ ਕਿ 1 ਮਹੀਨੇ ਦਾ ਜਿਹੜਾ ਉਹ ਲੇਖਾ ਜੋਖਾ ਕਰੀਏ ਆਪਾਂ। ਮਹੀਨੇ ਦੇ ਲੇਖੇ ਜੋਖੇ ਦੇ ਵਿੱਚ ਦੋ ਗੱਲਾਂ ਹੋ ਸਕਦੀਆਂ ਨੇ ਕਿ ਕੀ ਹੋਇਆ, ਕੀ ਨਹੀਂ ਹੋਇਆ, ਜਾਂ ਕੀ ਹੋਣਾ ਚਾਹੀਦਾ ਸੀ। ਇਹ ਗੱਲਾਂ ਦੇ ਵਿੱਚ ਜੇ ਆਪਾਂ ਪਹਿਲੇ ਦਿਨ ਤੋਂ ਸ਼ੁਰੂ ਕਰ ਲਈਏ, ਇੱਕ ਗੱਲ ਤਾਂ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਭਗਵੰਤ ਸਿੰਘ ਮਾਨ ਸਾਹਿਬ ਉਹ ਕਾਨੂੰਨ ਦੇ ਮੁਤਾਬਕ ਨਹੀਂ ਚੱਲੇ, ਕਿਉਂਕਿ ਪਤਾ ਨਹੀਂ ਉਹ ਮਹੀਨਾ ਤੱਕ ਹੀ ਜੇ ਦੇਖੀਏ ਉਹ ਜਿਹੜਾ ਪੁਰਾਣੇ ਮੋਡ 'ਚ ਹੀ ਰਹੇ, ਉਹ ਨਵੇਂ ਜਿਹੜਾ ਉਹ CM ਵਾਲੇ ਮੋਡ 'ਚ ਨਹੀਂ ਆਏ, ਆਪੋਜੀਸ਼ਨ ਵਾਲੇ 'ਚ ਹੀ ਰਹੇ, ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਕੰਟਰੋਲ ਕੀਤਾ ਗਿਆ ਕਿ ਉਹ ਸਿਰਫ ਵੀਡੀਓ ਮੈਸੇਜ ਦੇਣ ਲਈ ਉਹਨਾਂ ਨੂੰ ਕਿਹਾ ਜਾਂਦਾ ਸੀ। ਹੁਣ ਦੇਖੋ, ਪਹਿਲਾਂ ਉਹਨਾਂ ਨੇ ਕਾਨੂੰਨੀ ਨੁਕਤਾ ਜਿਹੜਾ ਮੇਨ ਹੈ ਉਹ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਬੁੱਤ ਲਾਵਾਂਗੇ। ਇਹ ਗੱਲ ਦੱਸਣੀ ਚਾਹੀਦੀ ਸੀ ਅਫਸਰਾਂ ਨੂੰ, ਕਿਉਂ ਨਹੀਂ ਦੱਸਿਆ ਵੀ ਇੱਥੇ ਬੁੱਤ ਨਹੀਂ ਲੱਗ ਸਕਦੇ। ਨਾ ਸ਼ਹੀਦ ਭਗਤ ਸਿੰਘ ਦਾ ਲੱਗ ਸਕਦਾ ਹੈ, ਨਾ ਹੀ ਤਾਂ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਤੇ ਨਾ ਹੀ ਅੰਬੇਦਕਰ ਸਾਹਿਬ ਦਾ। ਕਾਨੂੰਨੀ ਪਹਿਲੀ ਗੱਲ ਫੇਲ ਹੋ ਗਈ। ਫਿਰ ਪਹਿਲੀ ਕੈਬਨਿਟ ਪਹਿਲਾ ਫੈਸਲਾ ਕਿ 25,000 ਨੌਕਰੀਆਂ ਦੇਵਾਂਗੇ, 10,000 ਪੁਲਿਸ ਦੇ ਭਰਤੀ, 15,000 ਸਿਵਲ। 1 ਮਹੀਨੇ 'ਚ ਨੋਟੀਫਿਕੇਸ਼ਨ। ਕਿੱਥੇ ਆ ਨੋਟੀਫਿਕੇਸ਼ਨ? ਕੱਲ ਕੈਬਨਿਟ ਨੇ 145 ਜਲ ਸਪਲਾਈ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੀਆਂ ਜਿਹੜੀਆਂ ਉਹ ਪੋਸਟਾਂ ਕੱਢੀਆਂ ਨੇ ਅਲੱਗ-ਅਲੱਗ, ਉਹ ਵੀ, ਜਿਹਦੇ 'ਚ 20 ਤਾਂ ਸਟੈਨੋਟੈਪਿਸਟ ਨੇ, 30 ਮੇਰਾ ਖਿਆਲ ਹੈ SDO ਜਾਂ JE ਵਗੈਰਾ ਨੇ। ਹੁਣ ਯਾਨੀ ਦੂਜਾ ਜਿਹੜਾ ਹਰੇ ਪੈਨ ਨਾਲ ਫੈਸਲਾ ਉਹ ਵੀ ਪੂਰਾ ਨਹੀਂ। ਖਾਸ ਤੌਰ ਤੇ ਮਜ਼ਾਕ ਉਦੋਂ ਉੱਡਿਆ ਜਦੋਂ ਕਿਹਾ ਕਿ 35,000 ਮੁਲਾਜ਼ਮ ਪੱਕੇ ਕਰਾਂਗੇ, ਜਿਹੜੇ ਠੇਕੇ ਵਾਲੇ ਨੇ
ਉਹ ਕਰ ਨਹੀਂ ਸਕਦੇ। ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਨਾਲ ਹੁਣ ਹਾਈ ਕੋਰਟ ਦਾ ਫੈਸਲਾ ਆ ਗਿਆ। ਹਾਈ ਕੋਰਟ ਨੇ ਇਹ ਸਪਸ਼ਟ ਕਰਤਾ ਕਿ ਜਿਹੜਾ ਬੈਕਡੋਰ ਐਂਟਰੀ ਨਹੀਂ ਲਈ ਜਾ ਸਕਦੀ, ਰੈਗੂਲਰ ਹੋ ਸਕਦੀ। ਤੇ ਜਿਹੜੇ ਠੇਕੇ ਵਾਲੇ ਹੁੰਦੇ ਜ਼ਿਆਦਾ ਬੈਕਡੋਰ ਨੇ, ਉਹਨਾਂ 'ਚ ਇਹਨਾਂ ਨੇ ਫਿਰ ਕੀ ਕੀਤਾ, ਬਾਇਓਮੀਡੀਆ 1 ਸਾਲ ਲਈ ਉਹਨਾਂ ਦਾ ਠੇਕਾ ਵਧਾਤਾ। ਹੁਣ 31 ਮਾਰਚ 23 ਤੱਕ ਘਰ ਤੇ ਵੀ ਤੁਸੀਂ ਰਹੋਗੇ, ਇਹਦਾ ਮਤਲਬ ਉਹ ਫੈਸਲਾ ਵੀ ਗੜਬੜ ਹੋ ਗਿਆ। ਉੱਥੇ ਵੀ ਕਾਨੂੰਨੀ ਨੁਕਤਾ ਨਹੀਂ ਦੇਖਿਆ ਗਿਆ। ਜਦੋਂ ਅਸੀਂ ਦੇਖਦੇ ਹਾਂ ਇਹਨਾਂ ਦੇ ਫੈਸਲੇ ਜਿਹੜੇ ਨਹੀਂ ਪੂਰੇ ਹੋਏ, ਜਿਹੜੇ ਇਹਨਾਂ ਨੇ ਕਿਹਾ ਸੀ, ਤੇ ਫਿਰ ਚਲੋ ਮੰਨ ਲੈਂਦੇ ਆ। ਇਹਨਾਂ ਨੇ ਜਦੋਂ ਗਰੰਟੀਆਂ ਦਿੱਤੀਆਂ, ਮੈਂ ਆਪ ਪੁੱਛਿਆ ਮਾਨ ਸਾਹਿਬ ਨੂੰ ਵੀ ਤੁਹਾਡੇ ਕੋਲ ਰੋਡ ਮੈਪ ਕੀ ਹੈ, 1000 ਰੁਪਇਆ ਕਿੱਥੋਂ ਦਿਓਗੇ ਸਾਰੀਆਂ ਔਰਤਾਂ ਨੂੰ? ਇਹਨਾਂ ਦਾ ਕਹਿਣਾ ਸੀ, ਰਾਘਵ ਚੱਡਾ ਵੀ, ਉਹਨੂੰ ਵੀ ਇੰਟਰਵਿਊ ਕੀਤਾ, ਉਹਦਾ ਕਹਿਣਾ ਸੀ ਕਿ ਜੀ ਅਸੀਂ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਖਤਮ ਕਰਾਂਗੇ। ਸ਼ਰਾਬ ਮਾਫੀਆ ਦਾ ਮਹੀਨੇ 'ਚ ਖਤਮ ਕੀ ਹੋਣਾ, ਉਹ ਤਾਂ 3 ਮਹੀਨੇ ਲਈ ਵਧਾਈ ਦਿੱਤਾ ਗਿਆ। ਰੇਤ ਮਹਿੰਗੀ ਹੋ ਗਈ। ਹੁਣ ਇਹ ਨਹੀਂ ਕਹਿ ਸਕਦੇ ਕਿ ਰੇਤ ਮਾਫੀਆ ਜ਼ਿਆਦਾ ਕੰਮ ਕਰਦਾ ਹੈ। ਜੇ ਗੈਰ ਕਾਨੂੰਨੀ ਮਾਈਨਿੰਗ ਬੰਦ ਹੋ ਗਈ, ਸਪਲਾਈ ਜਿਹੜੀ ਜ਼ਿਆਦਾ ਹੈ, ਡਿਮਾਂਡ ਜ਼ਿਆਦਾ ਹੈ, ਸਪਲਾਈ ਘਟ ਗਈ, ਉਹ ਮਹਿੰਗੀ ਹੋ ਗਈ, ਉੱਥੇ ਵੀ ਕੰਮ ਖਰਾਬ ਹੋਇਆ। ਟਰਾਂਸਪੋਰਟ ਦਾ ਵੀ ਹਾਲੇ ਕੁਝ ਨਹੀਂ ਹੋਇਆ, ਹਾਲਾਂਕਿ ਦਾਅਵੇ ਵੱਡੇ ਹੋ ਰਹੇ ਨੇ। ਤਾਂ ਇੱਕ ਸਭ ਤੋਂ ਵੱਡੀ ਗੱਲ ਸੁਖਵਿੰਦਰ ਸਿੰਘ ਜੀ, ਉਹ ਇਹ ਹੈ ਕਿ ਜਿਹੜੀਆਂ 2 ਸਰਕਾਰਾਂ ਗਈਆਂ ਨੇ, ਅਸਲ ਦੇ ਵਿੱਚ ਇਹ ਸਮਝ ਲਈਏ ਆਪਾਂ, ਲੋਕਾਂ ਦੀ ਮਾਨਸਿਕਤਾ ਨੂੰ, ਸਾਡੇ ਖਿੱਤੇ ਦੇ ਲੋਕਾਂ ਦੀ ਮਾਨਸਿਕਤਾ ਬਿਲਕੁਲ ਵੱਖਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਭਾਵੇਂ ਕੋਈ ਬੋਲੇ ਨਾ ਬੋਲੇ, ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਇਹ ਮੁੱਦਾ ਨਹੀਂ ਖਤਮ ਹੋਣਾ। ਇਹ ਸਮਝ ਲਓ ਤੁਸੀਂ। ਮੈਂ ਇੱਕ ਥਾਂ ਤੇ ਲਿਖਿਆ, ਬਹੁਤ ਵਾਰ ਬੋਲਿਆ ਕਿ ਇੱਕ ਕਬਰ ਪੱਟੀਆ ਹੈ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਤਾਂ ਦੱਬਿਆ ਗਿਆ, ਤੁਹਾਡੇ ਸਾਹਮਣੇ ਹੈ। ਤੇ ਲੋਕ ਤਾਂ ਹੁਣ ਕਹਿਣ ਲੱਗੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਸੁਣ ਲਈ ਹੈ ਅਰਦਾਸ, ਕਿ ਉਹਦਾ ਕੱਖ ਨਾ ਰਹੇ। ਦੇਖੋ ਕੁਛ ਨਹੀਂ ਰਹਿ ਰਿਹਾ। ਜਿਹੜਾ ਚੈਨਲ ਹੈ ਉਹ ਵੀ ਦੇਖ ਲਓ, ਉਹਦੇ 'ਚ ਰਵਿੰਦਰਾ ਨਾਰਾਇਣ ਦੀ ਜ਼ਮਾਨਤ ਵੀ ਨਹੀਂ ਹੋਈ, ਉਹ ਵੀ ਉੱਥੇ ਬੈਠਾ ਹੈ। ਸੋ ਸਾਰੇ ਪਾਸਿਓਂ ਕੱਲ ਜਦੋਂ ਤਖਤ ਦਮਦਮਾ ਸਾਹਿਬ ਸੁਖਬੀਰ ਸਿੰਘ ਬਾਦਲ ਬੋਲ ਰਹੇ ਸੀ, ਤਾਂ ਉੱਥੇ ਵੀ ਵੱਡੇ ਬਾਦਲ ਦੇ ਕਿਹਾ ਹੋਊਗਾ ਉਹਨਾਂ ਨੂੰ। ਵੱਡੇ ਬਾਦਲ ਸਾਹਿਬ ਕਹਿੰਦੇ ਬਾਕੀ ਤਾਂ ਜੋ ਹੋਣਾ ਸੀ ਹੋ ਗਿਆ, ਸ਼੍ਰੋਮਣੀ ਕਮੇਟੀ ਬਚਾ ਲਓ। ਸ਼੍ਰੋਮਣੀ ਕਮੇਟੀ ਵੀ ਜਾ ਰਹੀ ਹੈ। ਬੇਅਦਬੀ ਬਹੁਤ ਵੱਡਾ ਮਸਲਾ ਹੈ। ਤੇ ਫਿਰ ਵੈਸੇ ਤਾਂ ਉਹਨਾਂ ਨੂੰ ਹੱਕ ਹੀ ਨਹੀਂ ਬਣਦਾ। ਸੁਖਬੀਰ ਸਿੰਘ ਬਾਦਲ ਕੱਲ ਜਦੋਂ ਇਹ ਕਹਿ ਰਹੇ ਸੀ ਕਿ ਭਗਵੰਤ ਮਾਨ ਦੀ ਸਰਕਾਰ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਉਹ ਭਲਿਆ ਮਾਨਸਾ, ਤੁਸੀਂ ਵੀ ਤਾਂ ਰਿਮੋਟ ਕੰਟਰੋਲ ਨਾਲ ਚਲਾਉਣੇ ਹੋ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਛੱਡੋ, ਐਡੀ ਵੱਡੀ ਸੰਸਥਾ ਅਕਾਲ ਤਖਤ ਸਾਹਿਬ, ਕਿਵੇਂ ਮਾਫੀ ਦਵਾਈ ਤੁਸੀਂ? ਉਹ ਵੀ ਤਾਂ ਰਿਮੋਟ ਕੰਟਰੋਲ ਹੈ। ਤੋਂ ਇਹ ਸਾਰਾ ਕੁਝ ਜਿਹੜਾ, ਮੈਂ ਇੱਕ ਗੱਲ ਫਿਰ ਕੈਪਟਨ ਸਾਹਿਬ ਵੇਲੇ ਵੀ ਔਨ ਰਿਕਾਰਡ ਗੱਲਾਂ ਕਰ ਰਿਹਾ, ਮੈਂ ਇਹ ਕਿਹਾ ਸੀ ਕੈਪਟਨ ਸਾਹਿਬ, ਇਹ ਜਿਹੜਾ ਮਸਲਾ ਬੇਅਦਬੀ ਦਾ, ਜਿਹੜੇ ਸਹੁੰ ਖਾਧੀ ਹੈ ਤੁਹਾਡੀ, ਤੁਸੀਂ ਵੀ ਬੇਅਦਬੀ ਉਹਨੇ ਕੀਤੀ ਹੈ, ਤੁਸੀਂ ਨਹੀਂ ਕਰੋਗੇ, ਜਿਹੜਾ ਇਹਨਾਂ ਦੀ ਬੇਅਦਬੀ ਵਾਲਿਆਂ ਨੂੰ ਬਚਾਊਗਾ ਉਹ ਵੀ ਕਬਰ 'ਚ ਜਾਊਗਾ। ਆ ਤੁਹਾਡੇ ਸਾਹਮਣੇ ਆ, ਉਹ ਵੀ ਗਈ। ਤੇ ਹੁਣ ਆਮ ਆਦਮੀ ਪਾਰਟੀ ਵੀ ਕਿਉਂ ਨਹੀਂ? ਆਮ ਆਦਮੀ ਪਾਰਟੀ ਨੇ ਕੀਤਾ ਕੀ? 3 ਮਹੀਨੇ ਹੁਣ ਵਕੀਲਾਂ ਨੇ ਜਾ ਕੇ ਮੰਗੇ ਨੇ, ਚਲੋ ਮੀਟਿੰਗ ਤੋਂ ਬਾਅਦ ਮੰਨ ਲੈਂਦੇ ਆ, 3 ਮਹੀਨੇ 'ਚ ਦੇਖ ਲਾਂਗੇ। ਲੇਕਿਨ ਕੰਵਰ ਵਿਜੇ ਪ੍ਰਤਾਪ ਦਾ ਮੂੰਹ ਕਿਵੇਂ ਬੰਦ ਕਰੋਗੇ? ਕੰਵਰ ਵਿਜੇ ਪ੍ਰਤਾਪ ਜਿਹੜਾ ਬੰਦਾ ਜਿਹਦੇ ਬਾਰੇ ਕੇਜਰੀਵਾਲ ਸਾਹਿਬ ਇਹ ਕਹਿੰਦੇ ਸੀ ਕਿ ਜੀ सब सबको पता है किसने किया, कंवर विजय प्रताप की रिपोर्ट पड़ी है, 24 घंटे में फड़ेंगे। फिर ਹੁਣ ਕਿੱਥੇ ਹੈ ਜੀ ਕੇਜਰੀਵਾਲ? तो फिर ਕੀ ਹੁੰਦਾ ਨਾ, ਜਦੋਂ ਕੁਛ ਵੀ ਨਾ ਹੋਵੇ, पीने वाला एक हो ਜਾਂ 2 ਹੋ, मुफ्त में मैखाना बदनाम होता है। ਗੱਲ ਇੱਕ ਹੋਵੇ ਜਾਂ 2 ਹੋਵੇ, ਫਿਰ ਸਾਰੀਆਂ ਗੱਲਾਂ ਤੇ ਮਿੱਟੀ ਪੈਂਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਲੋਕਾਂ ਨੂੰ ਇੱਕ ਵਾਰੀ ਬੁੱਧੂ ਬਣਾ ਲਓਗੇ, 2 ਵਾਰੀ ਬਣਾ ਲਓਗੇ, ਕਿੰਨੀਆਂ ਗਰੰਟੀਆਂ ਤੇ ਬਣਾ ਲਓਗੇ। ਸੋ ਜੇ ਆਪਾਂ ਹੁਣ ਇਹ ਲੰਬੀ ਲਿਸਟ ਮੈਂ ਤੁਹਾਨੂੰ ਦੱਸੀ ਹੈ, ਇਹ ਸਾਰੀ ਪਹਿਲੇ ਮਹੀਨੇ ਪੂਰੀ ਹੋਣ ਵਾਲੀ ਸੀ। ਫਿਰ ਆ ਜੋ ਲਾਅ ਐਂਡ ਆਰਡਰ ਡੀਜੀਪੀ ਦੇ ਕਹਿਣ ਨਾਲ ਨਹੀਂ ਕਿ ਕੁਛ ਨਹੀਂ ਹੁੰਦਾ। ਡੀਜੀਪੀ ਕਹਿੰਦਾ ਜੀ ਇਹ 50 ਕਤਲ ਹੁੰਦੇ ਨੇ ਮਹੀਨੇ ਦੇ, ਪਹਿਲਾਂ 60 ਹੁੰਦੇ ਸੀ। ਇਹ ਕਹੇ ਜਾ ਵੀ ਤੁਹਾਨੂੰ ਕੀ ਦੱਸਣਾ ਚਾਹੁੰਦੇ?
ਗੱਲ ਤਾਂ ਇਹ ਆ ਵੀ ਇੱਥੇ ਤਾਂ ਬੰਦੇ ਆਉਂਦੇ ਨੇ ਚਿੱਟੇ ਦਿਨ ਅੰਦਰ ਕੱਲ ਲੁਧਿਆਣੇ ਦੇਖਿਆ ਤੁਸੀਂ, ਬੰਦੇ ਬੜੇ ਚੇਰ ਚੋਂ ਪੈਸੇ ਲੈ ਕੇ ਉਹ ਜਾਂਦੇ ਨੇ। ਮਤਲਬ ਕਤਲ ਤੇ ਹਾਲੇ ਤਾਂ ਫੜੇ ਨਹੀਂ ਗਏ। ਪਾਵਰ ਕਲੋਨੀ ਵਾਲੇ ਜਿਹੜੇ 3 ਬੰਦੇ ਮਰ ਗਏ, ਇੱਕ ਡਾਕਟਰ ਸੀ ਉਹਦੇ ਚ, ਬੇਟੀ ਉਹਨਾਂ ਦੀ। ਸੋ ਹਰ ਰੋਜ਼ ਕਤਲ ਹੋ ਰਹੇ ਨੇ। ਗੈਂਗਸਟਰ ਦਾ ਹਾਲਾਂਕਿ ਕਿਹਾ ਕਿ ਗੈਂਗਸਟਰ ਜਿਹੜੇ ਨੇ ਅਸੀਂ ਐਂਟੀ ਟਾਸਕ ਫੋਰਸ ਬਣਾਈ ਹੈ, ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਵਾਲ ਕਮਰ ਵਿਜੇ ਪ੍ਰਤਾਪ ਨੇ ਉਠਾਏ ਵੀ ਆ ਜਿਹੜੇ ਅਫਸਰ ਲਾਏ ਨੇ ਇਹ ਤਾਂ ਅਫਸਰ ਮਿਲੇ ਹੋਏ ਨੇ, ਤੇ ਉਹਦਾ ਜਵਾਬ ਵੀ ਇਹ ਤਾਂ ਉਹੀ ਗੱਲ ਹੋ ਗਈ ਨਾ। ਕਮਰ ਵਿਜੇ ਪ੍ਰਤਾਪ ਬਸ ਇੰਨੀ ਗੱਲ ਨਹੀਂ ਕੀਤੀ, ਨਵਜੋਤ ਸਿੰਘ ਸਿੱਧੂ ਵਾਂਗੂ ਰਿਜ਼ਾਈਨ ਨਹੀਂ ਕੀਤਾ, ਬਾਕੀ ਤਾਂ ਸਾਰੀ ਗੱਲ ਉਹੀ ਕਹਿਤੀ। ਤੋ ਇਹ ਸਾਰਾ ਕੁਛ ਬੜਾ, ਇਹ ਇੰਨੀ ਗੱਲ ਨਹੀਂ ਹੈ। ਮੈਂ ਤਾਂ ਕੁਛ ਤੁਹਾਨੂੰ ਉਦਾਹਰਨਾਂ ਦਿੱਤੀਆਂ ਨੇ, ਹੋਰ ਬੜਾ ਕੁਛ ਹੈ। ਹੈਲਥ, ਐਜੂਕੇਸ਼ਨ। ਤੋ ਹੁਣ ਬਿਜਲੀ ਦਾ ਚਲੋ ਜੇ ਅੱਜ ਮੰਨ ਲੈਂਦੇ ਆ ਕਿ ਬਿਜਲੀ ਬਾਰੇ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਬਿਜਲੀ ਦੀਆਂ ਗਰੰਟੀਆਂ ਦੇ ਦਾਂਗੇ, ਬਿਜਲੀ ਦੀ ਗਰੰਟੀ ਪੂਰੀ ਕਰ ਦਾਂਗੇ, ਪਰ ਮੈਨੂੰ ਹਾਲੇ ਵੀ ਡਰ ਹੈ। ਦੇਖੋ ਬਿਜਲੀ ਦਾ ਮਸਲਾ ਜਿਹੜਾ ਹੈ ਨਾ, ਇੰਨਾ ਸੌਖਾ ਨਹੀਂ ਹੈ ਪੰਜਾਬ ਦੇ ਵਿੱਚ। ਤੁਸੀਂ ਆਪਣੇ ਆਪ ਨੂੰ ਬਿਲਕੁਲ ਕਹਿ ਦਿਓ, ਹਾਲੇ ਤਾਂ ਇਹ ਵੀ ਨਹੀਂ ਪਤਾ ਕਿ ਕਿਹੜੀ ਗਰੰਟੀ। ਉਹਨਾਂ ਨੇ ਇਹ ਥੋੜੀ ਦੱਸਿਆ ਕਿ 300 ਯੂਨਿਟ ਬਿਜਲੀ ਫ੍ਰੀ ਕਰਾਂਗੇ। ਉਹ ਤਾਂ ਖੁਸ਼ਖਬਰੀ ਦੇਣਗੇ, ਖੁਸ਼ਖਬਰੀ ਕੋਈ ਵੀ ਹੋ ਸਕਦੀ ਹੈ। ਤੇ ਖੁਸ਼ਖਬਰੀ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਖੁਸ਼ਖਬਰੀ ਦੇਵਾਂਗੇ, ਨਿਕਲਿਆ ਕਿ ਟੈਲੀਫੋਨ ਨੰਬਰ ਦੇਤਾ ਵੀ ਕਰੀ ਚਲੋ ਬੈਠੇ ਫੋਨ ਵੀਡੀਓ ਬਣਾ ਕੇ। ਲੇਕਿਨ ਜਦੋਂ ਬਿਜਲੀ ਦੀ ਗੱਲ ਆਉਂਦੀ ਹੈ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਅੱਜ ਜਿਹੜੀ ਮੰਗ ਹੈ ਬਿਜਲੀ ਦੀ 8000 ਮੈਗਾਵਾਟ ਇੱਕ ਦਿਨ ਦੀ ਹੈ। ਗਰਮੀ ਵੱਧ ਗਈ, ਅਗਲੇ ਮਹੀਨੇ ਝੋਨੇ ਦਾ ਸੀਜ਼ਨ ਆ ਜਾਣਾ, ਇਹੀ ਮੰਗ ਵੱਧ ਕੇ 15000 ਮੈਗਾਵਾਟ ਹੋ ਜਾਣੀ ਹੈ, ਯਾਨੀ ਲਗਭਗ ਦੁੱਗਣੀ ਹੋ ਜਾਣੀ ਹੈ। ਜਿਹੜੇ ਸਾਡੇ ਸੂਬੇ ਦੇ ਥਰਮਲ ਪਲਾਂਟ 4-5 ਯੂਨਿਟ ਤਾਂ ਪਹਿਲਾਂ ਹੀ ਬੰਦ ਨੇ, ਯਾਨੀ 1400 ਮੈਗਾਵਾਟ ਕੱਲ ਜਿਹੜੀ ਘੱਟ ਪੈਦਾ ਹੋਈ ਹੈ ਬਿਜਲੀ, ਕਿਉਂਕਿ ਬੰਦ ਪਏ ਨੇ। ਤੇ ਜੇ ਆਪਾਂ 300 ਯੂਨਿਟ ਦਿੰਦੇ ਆ ਤਾਂ ਪੈਸਾ ਵੀ ਦੇਣਾ ਪੈਣਾ, ਤੇ ਪਾਵਰਕਾਮ ਪਹਿਲਾਂ ਹੀ ਜਿਹੜਾ ਉਹ ਕਰਜ਼ਈ ਹੈ। 5000 ਕਰੋੜ ਵੱਜ ਜਾਣਾ, ਔਰ 5000 ਸਬਸਿਡੀ ਜਿਹੜੀ ਹੈ ਟੋਟਲ ਆਲਰੇਡੀ ਆਪਾਂ 10,668 ਕਰੋੜ ਦੀ ਹੈ। ਕਿਸਾਨਾਂ ਦੀ ਸਬਸਿਡੀ 7,180 ਕਰੋੜ ਜਾਂਦੀ ਹੈ। ਜਿਹੜੀ SC BC BPL ਵਾਲੇ ਨੇ ਉਹ 1,627 ਕਰੋੜ ਜਾਂਦੇ ਨੇ। ਸੋ 73 ਲੱਖ ਤੇ 79,000 ਜਿਹੜੇ ਖਪਤਕਾਰ ਨੇ, ਉਹਨਾਂ ਨੂੰ ਜੇ ਤੁਸੀਂ ਇਹ ਦਿਓਗੇ, ਇਹ ਤਾਂ ਪੈਸੇ ਦਾ ਰੋਡ ਮੈਪ ਫੇਰ ਪੁੱਛਦੇ ਆ ਕਿੱਥੋਂ, ਜਿਵੇਂ ਪਹਿਲਾਂ ਪੁੱਛਦੇ ਸੀ। ਉਹੀ ਗੱਲ ਅਸੀਂ ਹੁਣ ਕਰ ਰਹੇ ਹਾਂ, ਸਾਡੀ ਡਿਊਟੀ ਹੈ ਬਈ ਇਹ ਕਰਨਾ। ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਐਗਜ਼ਾਮਪਲ ਦਿੱਤੀਆਂ ਨੇ। ਦੂਜੇ ਪਾਸੇ ਚਲੇ ਜਾਓ, ਤੁਸੀਂ ਕਹੋਗੇ ਜੀ ਇੱਕ ਫਿਰ ਮਹੀਨੇ 'ਚ ਕੀਤਾ ਕੀ ਹੈ। ਮਹੀਨੇ 'ਚ ਇੱਕ ਕੰਮ ਤਾਂ ਇਹ ਕੀਤਾ ਹੈ ਕਿ 23 ਮਾਰਚ ਨੂੰ ਇੱਕ ਨੰਬਰ ਜਾਰੀ ਕਰਤਾ ਤੇ ਕਰਪਸ਼ਨ ਕਹਿੰਦੇ ਖਤਮ ਕਰ ਦਾਂਗੇ। ਤੁਸੀਂ ਵੀਡੀਓ ਬਣਾਓ, ਆਡੀਓ ਬਣਾਓ, ਭੇਜ ਦਿਓ। 1.5 ਲੱਖ ਸ਼ਿਕਾਇਤਾਂ 'ਚੋਂ 4-5 ਕੇਸ ਜਿਹੜੇ ਨੇ ਫੜ ਲਏ, ਕਿਸੇ ਨੂੰ ਫੜ ਲਿਆ, ਕਿਸੇ ਦੀ ਮੁਅੱਤਲ ਕਰਤਾ, ਜੋ ਕੁਝ ਚੱਲ ਰਿਹਾ ਹੈ। ਲੇਕਿਨ ਐਲਾਨ ਕਰਤਾ ਕਿ ਪੰਜਾਬ ਦੇ ਵਿੱਚ ਕਰਪਸ਼ਨ ਖਤਮ। ਗੁਜਰਾਤ ਦੇ ਵਿੱਚ ਜਾ ਕੇ ਕਹਿੰਦੇ 10 ਦਿਨ में ਭਗਵੰਤ ਮਾਨ ਨੇ ਕਰਪਸ਼ਨ ਖਤਮ ਕਰਤੀ। ਮੰਡੀ ਹਿਮਾਚਲ 'ਚ ਜਾ ਕੇ कहता ਸੀ 20 दिन में ਕਰਤੀ। ਤੋ ਕਰਪਸ਼ਨ ਖਤਮ ਹੈ ਪੰਜਾਬ ਦੇ ਵਿੱਚ, ਕਿਤੇ ਕਰਪਸ਼ਨ ਨਹੀਂ। ਇਹ ਹੁਣ ਲੋਕ ਦੇਖਣਗੇ। ਪਰ ਮੈਂ ਨਿੱਜੀ ਤੌਰ ਤੇ ਮੰਨਦਾ ਇੱਕ ਮਾਹੌਲ ਜਿਹਾ ਤਾਂ ਬਣਿਆ, ਲੋਕ ਛੋਟੇ ਪੱਧਰ ਤੇ ਲੋਕ ਮਾੜਾ ਮੋਟਾ ਡਰਨ ਜ਼ਰੂਰ ਲੱਗ ਗਏ ਕਿ ਜੀ ਕਰਪਸ਼ਨ ਜਿਹੜੀ ਹੈ ਉਹਨੂੰ ਫੜੇ ਨਾ ਜਾਈਏ ਆਪਾਂ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਵੱਡੇ ਪੱਧਰ ਦੀ ਕਰਪਸ਼ਨ ਹੈ, ਸਭ ਤੋਂ ਜ਼ਿਆਦਾ ASI ਫੜੇ ਗਏ, ਛੋਟੇ ਥਾਣੇਦਾਰ ਫੜੇ ਗਏ, ਇੱਕ ਅੱਧਾ ਪਟਵਾਰੀ ਜਾਂ ਨਾਇਬ ਤਹਿਸੀਲਦਾਰ ਜਾਂ ਕੋਈ ਕਲਰਕ ਫੜਿਆ ਗਿਆ। ਗੱਲ ਤਾਂ ਇਹ ਹੈ ਜਿੱਥੇ ਵੱਡਾ ਕਮਿਸ਼ਨ ਜਾਣਾ ਉਹ ਦੱਸੋ ਸਾਨੂੰ, ਜਿਹੜੇ ਵੱਡੇ ਵੱਡੇ ਠੇਕੇ ਨੇ ਉਹ ਕਿਵੇਂ ਬੰਦ ਹੋਏ ਨੇ, ਅਸੀਂ ਤਾਂ ਉਹਨਾਂ 'ਚ ਦੇਖਣਾ ਤੇ ਉਦੋਂ ਕਹਾਂਗੇ ਜੀ ਕਰਪਸ਼ਨ ਬੰਦ ਹੋ ਗਈ। ਇਹ ਹੈਗਾ ਇੱਕ ਪੱਖ ਕਿ ਕਈ ਗੱਲਾਂ ਕਈਆਂ ਕੀਤਾ ਕੀ, ਹੁਣ ਕੀਤਾ ਇੱਕ ਹੋਰ ਵੀ ਕੰਮ ਇਹਨਾਂ ਨੇ, ਉਹ ਜਿਹੜੀ ਹੈ ਪ੍ਰਸ਼ੰਸਾ ਖੱਟੀ। ਉਹ ਇਹਨਾਂ ਨੇ 1 ਮਹੀਨੇ ਦੇ ਵਿੱਚ ਸਭ ਤੋਂ ਮੈਂ ਸਮਝਦਾ ਵਧੀਆ ਕੰਮ ਕੀਤਾ। ਜਿਹੜੀਆਂ ਪੈਨਸ਼ਨਾਂ ਕਈ ਜਿਹੜੀ ਇਨਕਰੀਜ਼ ਕਰਕੇ ਪੈਨਸ਼ਨ ਦੇ ਨਾਂ ਤੇ MLA ਤੇ ਮੰਤਰੀਆਂ ਨੂੰ ਲੱਖਾਂ ਰੁਪਏ ਜਾ ਰਹੇ ਸੀ, ਕਈਆਂ ਨੂੰ 5 ਪੌਣੇ 6 ਲੱਖ ਜਾ ਰਹੇ ਸੀ ਵੱਡੇ ਬਾਦਲ ਸਾਹਿਬ ਨੂੰ, ਹਾਲਾਂਕਿ ਉਹਨਾਂ ਨੇ ਲਏ ਨਹੀਂ। ਤੇ ਇਸੇ ਤਰੀਕੇ ਨਾਲ
ਰਜਿੰਦਰ ਕੌਰ ਭੱਠਲ ਤੇ ਹੋਰ ਲਾਲ ਸਿੰਘ ਪੌਣੇ 3-3 ਲੱਖ, ਇਹ ਸਾਰਾ ਕੁਝ ਇਹ ਉਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਇਹ ਕੰਮ ਉਹਨਾਂ ਨੇ ਠੀਕ ਕੀਤਾ। ਲੇਕਿਨ ਹਾਲੇ ਦੂਜਾ ਪੱਖ ਪਿਆ, ਮੈਡੀਕਲ ਵਾਲਾ ਪਿਆ, ਹਾਲੇ ਐਮਐਲਏ ਤੇ ਜਿਹੜਾ 35-40 ਲੱਖ ਰੁਪਇਆ ਖਰਚ ਹੁੰਦਾ ਹੋਰ ਸੁਵਿਧਾਵਾਂ ਤੇ ਉਹ ਪਿਆ, ਇਨਕਮ ਟੈਕਸ ਵਾਲਾ ਕੰਮ ਪਿਆ ਵੀ ਇਨਕਮ ਟੈਕਸ ਸਰਕਾਰ ਅਸੀਂ ਭਰ ਰਹੇ ਹਾਂ ਇਹਨਾਂ ਦਾ, ਉਹ ਕਿਉਂ ਭਰੀਏ। ਇੱਕ ਇਹ ਹੈ ਜਿਹੜਾ ਚੰਗਾ ਕੰਮ ਹੋਇਆ, ਨੰਬਰ ਜਾਰੀ ਹੋਇਆ ਤੇ ਇਹ ਹੋਇਆ। ਬਾਕੀ ਕੰਮ ਜਿਹੜੇ ਨੇ ਆਲੋਚਨਾ ਵਾਲੇ ਵੀ ਬੜੇ ਹੋਏ। ਹੁਣ ਆਲੋਚਨਾ ਦੇ ਵਿੱਚ ਸਭ ਤੋਂ ਜ਼ਿਆਦਾ ਆਲੋਚਨਾ ਹੋਈ ਰਾਜ ਸਭਾ ਦੇ 5 ਮੈਂਬਰ ਜਿਹੜੇ ਭੇਜੇ, ਉਹਨਾਂ ਚੋਂ ਇੱਕ ਪੰਜਾਬ ਦਾ ਹੈ ਹਰਭਜਨ ਸਿੰਘ। ਲੇਕਿਨ ਉਹ ਹਰਭਜਨ ਸਿੰਘ ਜੇ ਤਾਂ ਸਪੋਰਟਸ ਕਰਕੇ ਭੇਜਿਆ ਫਿਰ ਸਪੋਰਟਸ ਕੋਟੇ ਚ ਜਾਣਾ ਚਾਹੀਦਾ। ਸਿਆਸੀ ਉਹ ਬੰਦਾ ਹੈ ਨਹੀਂ, ਇੱਕ ਅੱਖਰ ਕਦੇ ਪੰਜਾਬ ਦੇ ਹੱਕ ਚ ਨਹੀਂ ਬੋਲਿਆ। ਜੇ ਕਹੋ ਜੀ ਸਿੱਖ ਹੈ ਉਹ ਵੀ ਭੜਕਾ ਬੰਦਾ ਜਾਂ ਉਹ ਕਰਦਾ, ਸਿੱਖਾਂ ਨੇ ਤਾਂ ਚਲੋ ਉਹਦੀ ਆਲੋਚਨਾ ਕਰਨੀ ਹੈ। ਲੇਕਿਨ ਬਾਕੀ 2 ਅਮੀਰ ਬੰਦੇ ਉਹ ਕਿਉਂ ਭੇਜੇ, ਅਮੀਰ ਕੀ ਕਰਦੇ ਨੇ ਪਾਰਟੀ ਨੂੰ, ਇਹ ਤਾਂ ਜੀ ਮੈਨੂੰ ਨਹੀਂ ਪਤਾ। ਕੇਜਰੀਵਾਲ ਸਾਹਿਬ ਹੀ ਦੱਸ ਸਕਦੇ ਨੇ ਜਾਂ ਉਹਨਾਂ ਦੀ ਪਾਰਟੀ ਦਾ ਕੋਈ ਬੁਲਾਰਾ ਕਿ ਅਮੀਰਾਂ ਦੀ ਕਿਉਂ ਲੋੜ ਹੈ ਆਮ ਆਦਮੀ ਨੂੰ। ਲੇਕਿਨ ਜਿਹੜੇ ਦੂਜੇ 2 ਭੇਜੇ ਉਹ ਪੰਜਾਬੀ ਨਹੀਂ। ਤੇ ਜਦੋਂ ਪੰਜਾਬ ਨੂੰ ਲੋੜ ਸੀ, ਹਾਲੇ ਜਿਹੜਾ ਮਸਲਾ ਮੈਂ ਤੁਹਾਨੂੰ ਇਸ ਕਰਕੇ ਮੈਂ ਰੱਖਿਆ ਸੀ ਕਿ ਤੁਹਾਨੂੰ ਮੈਂ ਦੱਸੂ, ਪੰਜਾਬ ਦੇ ਜਿਹੜੇ ਵੱਡੇ ਮਸਲੇ 'ਚ ਘਿਰੇ ਤੇ ਇਹਨਾਂ ਨੇ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ, ਉਹ ਸੀ BBMB ਦਾ ਮਸਲਾ, ਉਹ ਸੀ ਦੂਜਾ ਮਸਲਾ ਜਿਹੜਾ ਚੰਡੀਗੜ੍ਹ ਦਾ, ਉਹ ਜਿਹੜਾ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਰੂਲ ਲਾਗੂ ਹੋਣ ਦਾ। ਉਹਦੇ 'ਚ ਕੀਤਾ ਕੀ, ਮਾਨ ਸਾਹਿਬ ਨੇ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਕਰ ਲਿਆ ਤੇ ਸੈਸ਼ਨ ਤਾਂ ਪਹਿਲਾਂ 6 ਵਾਰੀ ਹੋ ਚੁੱਕੇ ਨੇ। ਜਿਹੜਾ 7ਵੇਂ ਸੈਸ਼ਨ 'ਚ ਨਿਕਲਿਆ ਕੀ, ਕਹਿੰਦੇ ਜੀ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ, ਅਸੀਂ ਮਿਲਾਂਗੇ ਜਿਹੜਾ ਉਪ ਰਾਸ਼ਟਰਪਤੀ ਗ੍ਰਹਿ ਮੰਤਰੀ ਨੂੰ, ਕੀ ਹੋਊਗਾ ਮਿਲ ਕੇ। ਲੇਕਿਨ ਮਿਲੇ ਵੀ ਨਹੀਂ ਫਿਰ ਇਸ ਮਸਲੇ ਤੇ। ਕਮਾਲ ਤਾਂ ਇਹੀ ਹੈ, ਭਾਸ਼ਣ ਦੇ ਕੇ ਸਮਾਂ ਮਸਲਾ ਹੋਰ ਉਲਝਾਤਾ। ਉਧਰੋਂ ਹਰਿਆਣੇ ਵਾਲੇ ਐਕਟਿਵ ਕਰਤੇ, ਚੰਡੀਗੜ੍ਹ ਹੀ ਇਕੱਠੇ ਹੋ ਕੇ ਕਹਿੰਦੇ ਚੰਡੀਗੜ੍ਹ ਸਾਡਾ, ਤੁਸੀਂ ਕੌਣ ਹਰਿਆਣਾ ਪੰਜਾਬ ਵਾਲੇ, ਕਿੱਥੇ ਗੰਭੀਰਤਾ ਜੀ ਉਸ ਮਸਲੇ ਦੀ। ਤੋਂ ਇਸ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਦੇ ਵਿੱਚ ਪਹਿਲੇ ਮਹੀਨੇ ਹੀ ਮਾਨ ਸਰਕਾਰ ਆਲੋਚਨਾ ਦਾ ਸ਼ਿਕਾਰ ਹੋਣ ਦੇ ਪਿੱਛੇ ਇੱਕ ਤਾਂ ਇਹ ਵੀ ਲੱਗਦਾ ਕਿ ਤਜਰਬਾ ਸ਼ਾਇਦ ਜ਼ਿਆਦਾ ਨਾ ਹੋਣ ਕਰਕੇ। ਹੁਣ ਦੇਖੋ ਗਵਰਨਰ ਸਾਹਿਬ ਇੱਕ ਪਾਸੇ ਤਾਂ ਕੱਲ ਭਗਵੰਤ ਮਾਨ ਸਾਹਿਬ ਸੁਖਵਿੰਦਰ ਸਿੰਘ ਜੀ ਜਲੰਧਰ ਗਏ, ਮੈਂ ਕੋਈ ਗੱਲ ਨਹੀਂ ਕੱਲ ਦੀ ਛੇੜਨੀ ਕਿ ਤਖਤ ਦਮਦਮਾ ਸਾਹਿਬ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਨੇ ਰਿਟਨ ਦਿੱਤਾ ਕਿ ਇਹਨਾਂ ਨੇ ਸ਼ਰਾਬ ਪੀਤੀ। ਮੈਂ ਇਹ ਵੀ ਨਹੀਂ ਕਹਿਣਾ ਜੋ ਸੁਖਬੀਰ ਸਿੰਘ ਬਾਦਲ ਨੇ ਉੱਥੇ ਭਾਸ਼ਣ 'ਚ ਕਿਹਾ ਕਿ ਜੀ ਇਹ ਪਹਿਲਾਂ ਵੀ ਦਾਰੂ ਪੀ ਕੇ ਆਇਆ ਸੀ ਬਰਗਾੜੀ ਤੇ ਹੋਰ ਵੀ ਇਹ ਉਹਨਾਂ ਪੋਲੀਟੀਕਲ ਬੰਦੇ, ਮੈਨੂੰ ਤਾਂ ਪਤਾ ਹੀ ਨਹੀਂ ਪੀਤੀ ਹੈ ਕਿ ਨਹੀਂ। ਲੇਕਿਨ ਉਹ ਜਦੋਂ ਜਲੰਧਰ ਗਏ ਤੇ ਜਲੰਧਰ ਜਾ ਕੇ ਜਿਸ ਤਰ੍ਹਾਂ ਉਹਨਾਂ ਨੇ ਕੱਲ ਉੱਥੇ ਗੱਲਾਂ ਕੀਤੀਆਂ, ਉਹਦੇ ਚ ਵੀ ਲੱਗਦਾ ਕਿਤੇ ਨਾ ਕਿਤੇ ਉਹ ਫਾਰ ਐਗਜ਼ਾਮਪਲ ਪ੍ਰੈਸ ਨਾਲ ਬਹੁਤ ਦਿਨਾਂ ਬਾਅਦ ਬੋਲੇ। ਕੀ ਬੋਲੇ, ਉਹਨਾਂ ਦਾ ਬੋਲਣ ਦਾ ਢੰਗ, ਜਦੋਂ ਇਹ ਕਿਹਾ ਗਿਆ ਕਿ ਤੁਸੀਂ ਅਫਸਰਾਂ ਨੂੰ ਦਿੱਲੀ ਭੇਜ ਦਿਓ, ਮੈਂ ਤਾਂ ਭੇਜੂੰਗਾ, ਮੈਂ ਤਾਂ ਆਪਣੇ ਅਫਸਰਾਂ ਨੂੰ ਗੁਜਰਾਤ ਵੀ ਭੇਜੂ, ਮੈਂ ਬੰਗਾਲ ਵੀ ਭੇਜੂ, ਤੇ ਮੈਂ ਭੇਜੇ ਸੀ ਉੱਥੇ। ਮਤਲਬ ਤੂੰ ਕਰ ਲੈ ਕੁਝ, ਇਹਦਾ ਮਤਲਬ ਇਹ ਨਿਕਲਦਾ ਤੂੰ ਕਰ ਲੈ ਜਿਹੜਾ ਕੁਛ ਕਰਨਾ, ਮੈਂ ਭੇਜੇ ਨੇ, ਇਹ ਕਿਹਾ ਨਾ। ਸੋ ਇੰਨਾ ਅਗਰੈਸਿਵ ਹੋ ਕੇ ਤੇ ਕੋਈ ਲੌਜਿਕ ਨਾਲ ਗੱਲ ਕਰਦੇ ਤੇ ਫਿਰ ਕਹਿੰਦੇ ਮੈਂ ਤਾਂ ਇਜ਼ਰਾਈਲ ਵੀ ਭੇਜ ਸਕਦਾ, ਕੋਈ ਭੇਜੋ। ਲੇਕਿਨ ਅਫਸਰ ਜਿਹੜੇ ਨੇ ਉਹ ਗੁਲਾਮ ਨਹੀਂ ਹੁੰਦੇ ਕਿਸੇ CM ਦੇ, ਇਹ ਤੁਹਾਨੂੰ ਮੈਂ ਦੱਸਦਾ। ਅਫਸਰ, ਮੈਂ ਡਾਇਰੈਕਟਰ IAS ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਅਸੀਂ ਇਹ IAS ਨੂੰ ਤਿਆਰ ਕਰਦੇ ਰਹੇ ਹਾਂ। ਸਾਨੂੰ ਪਤਾ, ਬਹੁਤ ਵਾਰ ਪੁੱਛਣ ਆਉਂਦੇ ਸੀ ਸਟੂਡੈਂਟਸ ਕਿ ਜੀ ਕਿੰਨੀ ਕੁ ਦਖਲਅੰਦਾਜ਼ੀ ਹੁੰਦੀ ਹੈ। ਮੈਂ ਕਿਹਾ ਭਾਈ ਜੇ ਰੂਲ ਦੇ ਮੁਤਾਬਕ ਚੱਲੋਗੇ ਕੁਛ ਨਹੀਂ ਹੁੰਦਾ, ਜੇ ਤੁਸੀਂ ਵੀ ਕਰਪਸ਼ਨ ਕਰਨੀ ਹੈ ਫੇਰ ਹੈ, ਤੁਸੀਂ, ਤੁਹਾਡੀ ਤਾਂ ਨੌਕਰੀ ਹੈ, ਜੇ ਨਹੀਂ ਕਿਤੇ ਹੋਰ ਬਦਲ ਦੇਣਗੇ ਤੁਹਾਨੂੰ। ਮੈਂ ਇੱਕ ਵਾਰ ਬੈਠਾ ਕਿਤੇ, ਮੈਨੂੰ ਇੱਕ IAS ਮਿਲ ਗਿਆ ਤਾਮਿਲਨਾਡੂ ਕੇਡਰ ਦਾ, ਪੰਜਾਬ ਦਾ ਬੰਦਾ, ਸ਼ਾਇਦ ਬਰਨਾਲੇ ਦਾ ਸੀ। ਮੈਨੂੰ ਕਹਿੰਦਾ, ਮੈਂ ਕਿਹਾ ਜੀ ਵੈਸੇ ਹੀ ਮੈਂ ਪੁੱਛ ਲੈਣਾ ਹੁੰਦਾ, ਮੈਂ ਕਿਹਾ ਵੀ ਤੁਹਾਡੇ ਕਿੰਨੀ ਕੁ ਵਾਰ ਬਦਲੀ ਹੋਈ। ਕਹਿੰਦਾ ਜੀ ਮੇਰੀ ਬਦਲੀ 28 ਸਾਲ ਦੀ ਉਮਰ 'ਚ 32 ਵਾਰ हुई। मैं कहा इसके दुश्मन है बहुत आदमी अच्छा होगा, ਜਿਹਦੀ ਇੰਨੀ ਵਾਰ ਬਦਲੀ ਹੋਈ, ਕੰਪਰੋਮਾਈਜ਼ ਨਹੀਂ ਕੀਤਾ ਹੋ।
ਮੈਂ ਉਹਨੂੰ ਇੰਟਰਵਿਊ ਕੀਤਾ ਟੀਵੀ ਤੇ, ਪਈ ਹੋਊ ਕਿਤੇ YouTube 'ਚ। ਕਹਿੰਦਾ ਜੀ ਉਦੋਂ 17 ਜ਼ਿਲ੍ਹੇ ਹੁੰਦੇ ਸੀ ਪੰਜਾਬ ਦੇ। ਕਹਿੰਦਾ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ, 17 DC ਇਮਾਨਦਾਰ ਲਾ ਦਿਓ, 17 SSP ਲਾ ਦਿਓ, ਉਹਨਾਂ 'ਚ ਦਖਲਅੰਦਾਜ਼ੀ ਨਾ ਕਰੋ ਤੇ ਪੰਜਾਬ 'ਚ ਇਮਾਨਦਾਰੀ ਆ ਜੂ। ਮਤਲਬ ਗੱਲ ਤਾਂ ਉਹਨਾਂ ਨੂੰ ਸਾਰਾ ਕੰਮ ਆਉਂਦਾ। ਇਹਦਾ ਮਤਲਬ ਕਿ ਮੈਂ ਟ੍ਰੇਨਿੰਗ ਲਈ ਭੇਜੇ ਨੇ। ਜਾਣੀ ਅਨੁਰੁੱਧ ਤਿਵਾੜੀ ਜਿਹੜਾ ਚੀਫ ਸੈਕਟਰੀ ਹੈ, ਜਿਹੜਾ ਚੀਫ ਸੈਕਟਰੀ ਸਾਰਿਆਂ ਤੋਂ ਸੀਨੀਅਰ IAS 'ਚ, ਭਾਈ ਉਹਦੀ ਐਡੀ ਵੱਡੀ ਪੋਸਟ ਹੈ, ਉਹਨੂੰ ਹਾਲੇ ਟ੍ਰੇਨਿੰਗ ਦੀ ਲੋੜ ਹੈ, ਉਹ ਵੀ ਜਾ ਕੇ ਕੇਜਰੀਵਾਲ ਤੋਂ, ਉਹ ਵੀ ਰਾਘਵ ਚੱਡਾ ਤੋਂ। ਮਾਲ ਦੀ ਗੱਲ ਕੀਤੀ, ਉਹਦਾ ਕੋਈ ਜਵਾਬ ਹੋਰ ਹੋਣਾ ਚਾਹੀਦਾ ਸੀ, ਤੇ ਕੱਲ ਉਹ ਗੱਲ ਪੈ ਗਈ। ਔਰ ਕੱਲ ਤਾਂ ਮੈਂ ਹੈਰਾਨ ਹੋਇਆ, ਹਰ ਇੱਕ ਗੱਲ ਤੇ ਗੱਲ ਪੈਂਦੇ ਸੀ। ਕਹਿੰਦਾ ਕਿਸੇ ਨੇ ਪੁੱਛ ਰਿਹਾ ਤਿੱਖਾ ਸਵਾਲ, ਪੱਤਰਕਾਰਾਂ ਦਾ ਹੱਕ ਹੈ ਲੋਕਾਂ ਨੂੰ ਜਵਾਬ ਦੇਣਾ। ਲੋਕਾਂ ਪੱਤਰਕਾਰ ਆਪਦੇ ਤੋਂ ਲੋਕ ਥੋੜੀ ਕਰਦੇ ਨੇ। ਪਹਿਲਾਂ ਵੀ ਪੱਤਰਕਾਰਾਂ ਦੇ ਗੱਲ ਤਾਂ ਪੈਂਦੇ ਰਹੇ, ਪਹਿਲਾਂ ਤਾਂ ਹੱਥੋਂ ਪਾਈ ਤੱਕ ਜਾਂਦੇ ਰਹੇ। ਤੇ ਉਹਦੇ 'ਚ ਪੱਤਰਕਾਰ ਨੇ ਕਿਤੇ ਪੁੱਛ ਲਿਆ, ਕਹਿੰਦੇ ਜੀ ਲੋਕ ਕਹਿੰਦੇ ਨੇ ਇਹ ਸਰਕਾਰ ਚੱਲਦੀ ਹੈ ਦਿੱਲੀ ਤੋਂ। ਕਹਿੰਦੇ ਹੂ ਸੇਜ਼, ਕਹਿੰਦਾ ਐਵਰੀਬਾਡੀ। ਕਹਿੰਦਾ ਹੂ ਇਜ਼ ਐਵਰੀਬਾਡੀ? ਮਾਨ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ। ਕਹਿੰਦਾ ਕੈਪਟਨ ਅਮਰਿੰਦਰ ਸਿੰਘ ਇਜ਼ ਨੋਬੋਡੀ, ਇਜ਼ ਐਵਰੀਬਾਡੀ। ਉਹਦੇ ਗੱਲ ਪੈ ਗਈ। ਕੱਲ ਤਾਂ ਪੱਤਰਕਾਰਾਂ ਦੇ, ਕੱਲ ਮਾਨ ਸਾਹਿਬ ਨੂੰ ਪਤਾ ਨਹੀਂ ਕਿ ਸੀ ਕੋਈ ਵੀ ਸਿੱਧਾ, ਜਦੋਂ ਸਾਧੂ ਸਿੰਘ ਧਰਮਸੋਤ ਤੇ ਪੁੱਛਿਆ ਉਹਦੇ 'ਚ ਵੀ ਗੱਲ ਕਹਿੰਦਾ ਦੇਖਿਓ ਤੁਸੀਂ ਹਾਈ ਕੋਰਟ 'ਚ ਕਰਦਾ ਅਪੀਲਾਂ ਕਿ ਮੈਨੂੰ VIP ਸੈੱਲ ਦਿਓ, ਵਿਕਰਮ ਮਜੀਠੀਆ ਵਾਂਗ ਇੱਕ ਦੀ ਥਾਂ ਦੋ ਨਿਸ਼ਾਨੇ ਲਾ ਕੇ। ਕਿਸੇ ਵੀ ਗੱਲ ਦਾ ਸਿੱਧਾ ਜਵਾਬ ਕੱਲ ਨਹੀਂ। ਬੜੀ ਅਗਰੈਸਿਵਨੈਸ ਸੀ। ਇਹ ਜਿਹੜੀ ਅਗਰੈਸਿਵਨੈਸ ਹੁੰਦੀ ਹੈ ਨਾ, ਇਹ ਇਸ ਕਰਕੇ ਹੁੰਦੀ ਹੈ ਕਿ ਬਹੁਤ ਵਾਰ ਅਸੀਂ ਸਵਾਲਾਂ ਤੋਂ ਆਲੋਚਨਾ ਸਹਿੰਦੇ ਨੇ। ਜਿਹੜੇ ਬੰਦੇ ਆਲੋਚਨਾ ਸਹਿੰਦੇ ਨੇ ਉਹ ਬੜੇ ਤਰਕ ਨਾਲ ਗੱਲ ਕਰਦੇ ਨੇ। ਕੱਲ ਤਰਕ ਦੀ ਕਮੀ ਮਾਨ ਸਾਹਿਬ ਦੇ ਗੱਲਾਂ 'ਚੋਂ ਆਈ, ਜਿੰਨੇ ਵੀ ਦਿੱਤੇ। ਹੁਣ ਰਾਜ ਸਭਾ ਦਾ ਹਾਲੇ ਕੱਲ ਸਵਾਲ ਨਹੀਂ ਕੀਤਾ। ਹਾਲੇ ਤਾਂ ਜਿਹੜੇ ਪੱਤਰਕਾਰ ਵੀ ਇਹੋ ਜਿਹੇ ਹੋਣੇ, ਇਹ ਸਵਾਲ ਨਹੀਂ ਕੀਤਾ ਵੀ ਗਵਰਨਰ ਸਾਹਿਬ ਤੁਸੀਂ ਹੁਣੀ ਕਹਿ ਕੇ ਹਟੇ ਹੋ ਕਿ ਅੰਬੇਦਕਰ ਸਾਹਿਬ ਨੇ ਸੰਵਿਧਾਨ ਬਣਾਇਆ, ਇਹਦੀਆਂ ਧੱਜੀਆਂ ਉੱਡਣੀਆਂ ਸ਼ੁਰੂ ਹੋ ਗਈਆਂ, ਛੇੜਛਾੜ ਹੋ ਰਹੀ ਹੈ। ਤਾਂ ਭਾਈ ਸੰਵਿਧਾਨ ਤਾਂ ਸਾਨੂੰ ਸਟੇਟਸ ਨੂੰ ਅਧਿਕਾਰ ਦਿੰਦਾ ਹੈ ਲਾ ਐਂਡ ਆਰਡਰ ਦਾ, ਤੇ ਤੁਹਾਡੇ ਗਵਰਨਰ ਸਾਹਿਬ ਥਾਂ ਥਾਂ ਤੇ ਜਾ ਕੇ ਕਦੇ ਅੰਮ੍ਰਿਤਸਰ ਕਦੇ ਫਾਜ਼ਿਲਕਾ ਇਹ ਕਹਿ ਰਹੇ ਨੇ ਕਿ ਜੀ ਇੱਥੇ ਲਾ ਐਂਡ ਆਰਡਰ ਜਿਹੜਾ ਹੈ ਆਪਾਂ ਠੀਕ ਕਰਾਂਗੇ। ਸਰਪੰਚਾਂ ਪੰਚਾਂ ਨੂੰ ਮਿਲ ਰਹੇ ਨੇ, ਨੌਕਰੀਆਂ ਦੇ ਰਹੇ ਨੇ। ਇਹ ਕੰਮ ਗਵਰਨਰ ਦਾ ਹੁੰਦਾ ਹੈ ਜਾ ਕੇ ਉਹ ਗਵਰਨਰ ਦਾ CM ਦਾ ਹੁੰਦਾ। ਜੇ CM ਦੀ ਮਰਜ਼ੀ ਨਾਲ ਗਏ ਨੇ ਤੇ ਫਿਰ ਹੋਰ ਵੀ ਹੈਰਾਨੀ ਦੀ ਗੱਲ ਹੈ। ਤੇ ਫਿਰ ਆਲੋਚਨਾ ਆਪ ਹੀ। ਕੱਲ ਦਾ ਇੱਕ ਸਵਾਲ ਹੋਰ ਵੀ ਤੁਸੀਂ ਵਿਸਾਖੀ ਵਾਲੇ ਦਿਨ ਸਪੈਸ਼ਲ ਜਾਂਦੇ ਨੇ ਜਿਹੜੇ ਮੁੱਖ ਮੰਤਰੀ, ਸਟੇਟ ਦਾ ਰਿਪਰੈਜ਼ੈਂਟੇਟਿਵ ਹੁੰਦਾ, ਤੇ ਉਹ ਜੇ ਹਰਮੰਦਰ ਸਾਹਿਬ ਜਾਂਦਾ, ਦੁਰਗਿਆਨਾ ਮੰਦਿਰ ਜਾਂਦਾ, ਤਾਂ ਜਲਿਆਂਵਾਲੇ ਬਾਗ ਵੀ ਜਾਂਦਾ। ਜਦੋਂ ਪੁੱਛਿਆ ਤੁਸੀਂ ਜਲਿਆਂਵਾਲੇ ਬਾਗ ਨਹੀਂ ਗਏ, ਕਹਿੰਦੇ ਮੇਰੀ ਮਰਜ਼ੀ ਹੈ। ਮਤਲਬ ਉਹਨਾਂ ਦੀ ਨਿਗਾਹ ਦੇ ਵਿੱਚ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਫਿਰ ਕੋਈ ਅਹਿਮੀਅਤ ਨਹੀਂ। NV ਰਮਨ ਜਿਹੜਾ ਰਮਨ ਹੈ ਉਹ ਪ੍ਰਾਈਵੇਟ ਵਿਜ਼ਿਟ ਤੇ ਆਇਆ, ਜਿਹਦੇ 'ਚ ਕੋਈ ਪ੍ਰੋਟੋਕੋਲ ਨਹੀਂ ਵੀ ਮੁੱਖ ਮੰਤਰੀ ਨੇ ਉਹਦਾ ਜਾ ਕੇ ਰਿਸੀਵ ਕਰਨਾ। ਕਿਤੇ ਨਹੀਂ ਲਿਖਿਆ ਉਹਨੂੰ ਰਿਸੀਵ ਕਰਨ ਚੀਫ ਜਸਟਿਸ ਹੁੰਦਾ, ਔਰ ਪ੍ਰਾਈਵੇਟ ਵਿਜ਼ਿਟ ਹੈ। ਨਾ ਸਿਰਫ ਰਿਸੀਵ ਕੀਤਾ, ਜਾ ਕੇ CO ਵੀ ਕੀਤਾ, ਤੇ ਫਿਰ ਨਹੀਂ ਗਏ। ਜਾਨੀ ਵਿਸਾਖੀ ਵਾਲੇ ਦਿਨ ਉੱਥੇ ਜਾਣਾ ਚਾਹੀਦਾ ਸੀ। ਇਹ ਇਨਕਲਾਬ ਜਿੰਦਾਬਾਦ ਦਾ ਮਤਲਬ ਕੀ ਰਹਿ ਗਿਆ ਫਿਰ ਉੱਥੇ? ਸੋ ਉਹ ਆਲੋਚਨਾ ਹੋਈ। ਰਾਜ ਸਭਾ ਦੇ ਮੈਂਬਰਾਂ ਦੀ ਸਭ ਤੋਂ ਜ਼ਿਆਦਾ ਆਲੋਚਨਾ ਹੋਈ। ਤੋ ਕਿਤਾਬਾਂ ਦਾ ਮਸਲਾ ਵੀ ਹਰੇ ਲੋਕ ਕਹੀ ਜਾਂਦੇ ਨੇ, ਹਾਲਾਂਕਿ ਥਾਂ ਥਾਂ ਤੇ ਇਹਨਾਂ ਦੇ MLA ਜਾ ਰਹੇ ਨੇ। ਜਿਹੜਾ ਇਹਨਾਂ ਨੇ 8% ਜਿਹੜੇ ਸਕੂਲਾਂ ਦੀ ਫੀਸਾਂ ਦਾ ਮਸਲਾ ਐਡਾ ਸੌਖਾ ਨਹੀਂ, ਸਿੱਧਾ ਲੋਕਾਂ ਨਾਲ ਜੁੜਿਆ ਹੋਇਆ। ਤੇ ਹਾਲੇ ਕਹਿੰਦੇ ਨੇ 20 ਅਪ੍ਰੈਲ ਨੂੰ ਹੋਣੀਆਂ ਨੇ ਪੰਜਾਬ 'ਚ ਕਿਤਾਬਾਂ, ਹਾਲੇ ਵੀ ਨਹੀਂ ਆ ਰਹੀਆਂ। ਸਰਕਾਰੀ ਸੈਸ਼ਨ ਸ਼ੁਰੂ ਹੋ ਗਿਆ। ਸੋ ਲਾਅ ਐਂਡ ਆਰਡਰ ਬਾਰੇ ਬਹੁਤ ਕੁਛ ਐਸਾ ਹੈ ਜਿਹਦੇ 'ਚ ਇਹ ਆਪਾਂ ਇਹਨਾਂ ਨੂੰ ਇਹਨਾਂ ਦਿਨ ਜਿਹੜੇ 1 ਮਹੀਨੇ ਦੇ ਅੰਦਰ ਅੰਦਰ ਦੇਖ ਸਕਦੇ ਹਾਂ। ਫਿਰ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੈਨੂੰ ਟਾਈਮ ਦਿਓ। ਤਾਂ ਟਾਈਮ, ਥੋੜਾ ਟਾਈਮ ਦਿਓ। ਥੋੜਾ ਕਿੰਨਾ? 6 ਮਹੀਨੇ, ਸਾਲ, 2 ਸਾਲ, ਜਾਂ ਕੈਪਟਨ ਸਾਹਿਬ ਵਾਂਗੂ 4.5 ਸਾਲ। ਦੱਸੋ ਤੁਸੀਂ ਕਿੰਨਾ ਟਾਈਮ ਚਾਹੁੰਦੇ ਹੋ? ਜੇ ਤੁਸੀਂ ਕੱਲ ਵੀ ਕਹਿੰਦੇ ਸੀ, ਕਹਿੰਦੇ ਪੈਸੇ ਦੀ ਕਮੀ ਨਹੀਂ ਹੁੰਦੀ ਸਰਕਾਰਾਂ ਕੋਲ, ਨੀਅਤ ਦੀ ਕਮੀ। ਤੇ ਜੇ ਸਰਕਾਰੋਂ ਪੈਸੇ ਦੀ ਕਮੀ ਨਹੀਂ ਤੇ ਫਿਰ ਠੁੱਟਾ ਚੱਕ ਕੇ ਮੋਦੀ ਦਰਬਾਰ 'ਚ ਕਿਉਂ ਗਏ? ਜੇ ਤਾਂ ਪੈਸੇ ਦੀ ਕਮੀ ਨਹੀਂ ਹੈ, ਆਪ ਹੀ ਕਿਹਾ ਕੱਲ ਉਹਨਾਂ ਨੇ। ਜੇ ਕਮੀ ਹੈ ਤਾਂ ਹੀ ਮੰਗ ਰਹੇ ਹੋ ਤੁਸੀਂ। ਤਾਂ ਇਹ ਸਾਰੇ ਦੇ ਵਿੱਚ ਮਸਲੇ ਹੋਰ ਵੀ ਆਲੇ। ਮਸਲਾ ਐਡਾ ਨਹੀਂ ਸੌਖਾ ਜਿਹੜਾ ਕਣਕ ਵਾਲਾ, ਕਿਸਾਨਾਂ ਵਾਲਾ ਮਸਲਾ, ਇਹ ਸੌਖਾ ਨਹੀਂ ਹੈ।
ਜੀ ਇੱਕ ਤਾਂ ਉਤੋਂ ਕੁਦਰਤੀ ਮਾਰ, ਕਦੇ ਗਰਮੀ ਕਦੇ ਨਮੀ, ਤੋਂ ਇਹ ਵੀ ਚੱਲ ਰਿਹਾ। ਕਿਸਾਨ ਲਹਿਰ ਵੀ ਹੁਣ ਜਿਹੜੀ ਹੈ ਉਹਦੇ ਚ ਵੀ ਨੁਕਸਾਨ ਪਹੁੰਚ ਰਿਹਾ। ਜਿਹੜੇ ਅਡਾਨੀਆਂ ਦੇ ਸੇਲੋ ਦੇ ਸਾਹਮਣੇ ਬੈਠੇ ਸੀ ਉੱਥੇ ਉਹ ਲੈ ਕੇ ਜਾ ਰਹੇ ਨੇ। ਸਰਕਾਰ ਪਿਛਲੇ ਦਰਵਾਜ਼ਿਓਂ ਸਰਕਾਰੀ ਮੰਡੀਆਂ ਬੰਦ ਕਰਨ ਤੇ ਤੁਲੀ ਹੈ। ਇਹ ਸਾਰੇ ਦੇ ਵਿੱਚ ਜੇ ਆਪਾਂ ਇਹ ਗੱਲ ਕਰੀਏ, ਜਿਵੇਂ ਗਵਰਨਰ ਸਾਹਿਬ ਪੰਜਾਬ ਦੇ ਐਕਟਿਵ ਹੋਏ ਨੇ ਤੇ ਮਾਨ ਸਾਹਿਬ ਆਪਣੀ ਸਥਿਤੀ ਸਪਸ਼ਟ ਨਹੀਂ ਕਰ ਰਹੇ। ਭਗਵੰਤ ਮਾਨ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਪੰਜਾਬ ਦਾ ਗਵਰਨਰ ਕਿਉਂ ਇੰਨਾ ਐਕਟਿਵ ਹੈ। ਤੁਹਾਡੇ ਯਾਦ ਹੋਊ 20 ਦਸੰਬਰ ਦੀ ਗੱਲ ਹੈ 2020 ਦੀ, ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਇਹ ਜਿਹੜੇ ਮੋਬਾਈਲ ਟਾਵਰ ਲੱਗੇ ਤੋੜਨੇ ਸ਼ੁਰੂ ਕੀਤੇ ਤਾਂ ਗਵਰਨਰ ਨੇ ਸਿੱਧਾ ਡੀਜੀਪੀ ਤੇ ਚੀਫ ਸੈਕਟਰੀ ਨੂੰ ਬੁਲਾ ਲਿਆ ਸੀ, ਬਿਨੀ ਮਹਾਜਨ ਨੂੰ, ਤੇ ਉਸ ਵੇਲੇ ਦੋਨੇ ਜੋੜੀ ਨੂੰ ਬੁਲਾ ਕੇ ਇੰਸਟਰਕਸ਼ਨ ਦਿੱਤੀਆਂ। ਬਦਨੌਰ ਸਾਹਿਬ ਸੀ ਜਦੋਂ, ਤੇ ਕੈਪਟਨ ਸਾਹਿਬ ਨੇ ਰਿਐਕਟ ਕੀਤਾ ਸੀ ਕਿ ਇਹ ਕੀ ਮਤਲਬ ਹੈ ਜੀ, ਤੁਸੀਂ ਜੇ ਕਹਿਣਾ ਮੈਨੂੰ ਕਹੋ ਮੇਰੇ ਡੀਜੀਪੀ ਨੂੰ ਬੁਲਾਉਣ ਦਾ ਤੁਹਾਨੂੰ ਕੀ ਹੱਕ ਹੈ। ਸਾਡਾ ਸੰਵਿਧਾਨ ਇਹ ਕਹਿੰਦਾ ਹੈ ਜਿਹੜਾ ਗਵਰਨਰ ਹੁੰਦਾ ਹੈ ਉਹ ਸੰਵਿਧਾਨਕ ਮੁਖੀ ਹੁੰਦਾ ਹੈ। ਉਹਨੇ ਤਾਂ ਜਿਹੜਾ ਇੱਕ ਕੌਮਾ ਵੀ ਨਹੀਂ ਚੇਂਜ ਕਰ ਸਕਦਾ, ਜਦੋਂ ਪੜ੍ਹਦਾ ਜੋ ਲਿਖ ਕੇ ਦਿੱਤਾ ਉਹੀ ਪੜ੍ਹਨਾ। ਤੇ ਇੱਥੇ ਗਵਰਨਰ ਪ੍ਰੈਸ ਕਾਨਫਰੰਸ ਕਰਦੇ ਨੇ, ਇਹ ਨਾਲ ਬੈਠੇ ਨੇ, ਤੇ ਕਿਤੇ ਨਾ ਕਿਤੇ ਫਿਰ ਮੈਨੂੰ ਲੱਗਦਾ ਹੈ ਵੀ ਅਫਸਰਾਂ ਨੂੰ ਤਾਂ ਟ੍ਰੇਨਿੰਗ ਦੇ ਰਹੇ ਨੇ ਕੇਜਰੀਵਾਲ ਸਾਹਿਬ, ਇਹਨੂੰ ਟ੍ਰੇਨਿੰਗ ਨਹੀਂ ਦਿੱਤੀ। ਜਾਂ ਜੇ ਟ੍ਰੇਨਿੰਗ ਹੈ ਤਾਂ ਉਹਨਾਂ ਨੂੰ ਆਪਦੀ ਟ੍ਰੇਨਿੰਗ ਨਹੀਂ, ਕਿਉਂਕਿ ਉੱਥੇ ਤਾਂ ਹੈ ਹੀ ਐਲਜੀ ਦਾ ਸਾਰਾ ਕੁਝ ਰਾਜ। ਇਹ ਸਮਝਦੇ ਨੇ ਇੱਥੇ ਵੀ ਉਹੀ ਚੱਲੂਗਾ ਗਵਰਨਰ ਦਾ ਰਾਜ। ਸੋ ਪੰਜਾਬ ਦੇ ਜਿਹੜੇ ਸਟੇਟ ਦੇ ਹੱਕ ਨੇ ਉਹਨਾਂ ਦੀ ਰਾਖੀ ਕਰਨਾ ਇਹਨਾਂ ਦਾ ਫਰਜ਼ ਬਣਦਾ। ਸੋ ਤਜਰਬਾ ਜਿਹੜਾ ਹੈ ਨਾ ਉਹ ਹਲੇ ਹੋਣਾ, ਇਸ ਕਰਕੇ ਮੈਂ ਸਮਝਦਾ ਟਾਈਮ ਥੋੜਾ ਜਿਹਾ ਹੋਰ ਦੇ ਦਈਏ। ਇਹ ਗੱਲਾਂ ਜਿਹੜੀਆਂ ਅਸੀਂ ਕੀਤੀਆਂ ਨੇ ਇਹਦੇ ਚ ਕੋਈ ਇਲਬਿਲ ਨਹੀਂ, ਮੇਰੇ ਨਾਲ ਕਿਸ ਦਾ ਕੋਈ ਲੈਣ ਦੇਣ ਨਹੀਂ। ਮੈਂ ਤਾਂ ਜਦੋਂ ਮੇਰੇ ਹਰ ਰੋਜ਼ ਮੈਂ 2-2.5 ਘੰਟੇ ਟੀਵੀ ਤੇ ਹੁੰਨਾ, ਔਰ ਮੈਂ ਇਹ ਕਹਿਣਾ ਕਿ ਨਾ कहूं से दोस्ती ना कहूं से बैर, ਮੇਰਾ ਇਹਨਾਂ ਨਾਲ ਕੋਈ ਕਿਸੇ ਕਿਸਮ ਨਹੀਂ। ਪਰ ਇਹ ਮੈਂ ਸਿਰਫ ਦਲੀਲ ਨਾਲ ਗੱਲ ਇਸ ਕਰਕੇ ਕਰ ਰਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਜੋ ਕੁਝ ਹੋਇਆ ਉਹਦੇ ਨਾਲ ਲੋਕਾਂ ਨੂੰ ਹਾਲ ਦੀ ਘੜੀ ਉਹ ਜਿਹੜੀ ਇੱਕ ਤਸੱਲੀ ਨਹੀਂ ਹੋਈ। ਕਈ ਤਾਂ ਆ ਵੀ ਗਏ ਇਹ ਕਹਿਣ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਚੱਲ ਬੱਸਾਂ ਚਲਾਉਂਦੇ ਸੀ ਨਾ, ਇਹਨਾਂ ਨੇ ਬਠਿੰਡੇ ਭਾਸ਼ਣ ਚ ਕਿਹਾ ਕਿ ਇਹੋ ਜਿਹਾ ਪੰਜਾਬ ਬਣਾਉਣਾ ਕਿ ਅੰਗਰੇਜ਼ ਇੱਥੇ ਪੜ੍ਹਨ ਆਇਆ ਕਰਨਗੇ, ਅੰਗਰੇਜ਼ ਨੌਕਰੀ ਕਰਨਗੇ। ਲੋਕ ਕਹਿੰਦੇ ਮਾਨ ਸਾਹਿਬ ਕਰੋ, ਅੰਗਰੇਜ਼ਾਂ ਨੇ ਵੀਜ਼ਾ ਮੰਗਿਆ, ਤਾਂ ਲੋਕ ਮਜ਼ਾਕ ਉਡਾਉਣ ਲੱਗ ਗਏ। ਲੋਕ ਤੁਸੀਂ ਕਿਵੇਂ ਕਰ ਦੋਗੇ? ਸੁਖਵਿੰਦਰ ਸਿੰਘ, ਮੈਂ 36 ਸਾਲ ਯੂਨੀਵਰਸਿਟੀ ਚ ਪੜ੍ਹਾਇਆ, ਔਰ ਮੈਂ ਕਹਿ ਸਕਦਾ ਕਿ ਜੇ ਪੜ੍ਹਾਉਣ ਵਾਲਿਆਂ ਨੂੰ ਸਹੀ ਨਹੀਂ ਮਿਲੂਗੀ ਜਿਹੜੇ ਹੈ ਉਹਨਾਂ ਦੇ ਮਹਿਤਾਨੇ ਦੀ ਜਿਹੜਾ ਮਹਿਤਾਨਾ ਨਹੀਂ ਮਿਲੂ, ਕਿਵੇਂ ਪੜ੍ਹਾਉਣਗੇ? ਭਾਈ ਸਾਹਿਬ ਅਸੀਂ ਤਾਂ ਚਲੋ ਚੁੱਪ ਬੈਠੇ ਆ, ਪੰਜਾਬੀ ਯੂਨੀਵਰਸਿਟੀ ਪੜ੍ਹਿਆ, ਇਹਨਾਂ ਨੇ ਵੀ ਤਾੜੀਆਂ ਮਰਵਾਈਆਂ। ਪਹਿਲਾਂ ਚੰਨੀ ਸਾਹਿਬ ਤਾੜੀਆਂ ਮਰਵਾ ਗਏ ਸੀ, ਉਦੋਂ ਵੀ ਮੈਂ ਕਿਹਾ ਸੀ ਤਾੜੀਆਂ ਖੜੇ ਹੋ ਕੇ ਮਾਰੀ ਚੱਲੋ, ਅਸੀਂ ਤਾਂ ਉਦੋਂ ਮੰਨਾਂਗੇ ਜਦੋਂ ਗ੍ਰਾਂਟ ਆ ਜਾਊਗੀ। ਸਟੇਟ ਯੂਨੀਵਰਸਿਟੀ ਹੈ ਇਹ, ਸਾਡਾ ਛੱਡੋ, ਸਾਡੇ ਤਾਂ 2-2.5 ਮਹੀਨੇ ਦੀ ਪੈਨਸ਼ਨ ਜਾਂ ਰੁਕੀਆਂ ਹੋਈਆਂ ਨੇ ਤਨਖਾਹਾਂ। ਲੇਕਿਨ ਪੰਜਾਬ ਦੇ ਵਿੱਚ ਕਈ ਯੂਨੀਵਰਸਿਟੀਆਂ ਜਿਹੜੀਆਂ ਕੈਪਟਨ ਸਾਹਿਬ ਦੇ ਸਮੇਂ ਬਣੀਆਂ ਸੀ, ਉਹਨਾਂ ਨੂੰ 12-12 ਮਹੀਨੇ ਹੋ ਗਏ, 13ਵਾਂ ਮਹੀਨਾ ਚੱਲਦਾ, ਉਹ ਸਟਾਫ ਨੂੰ ਤਨਖਾਹ ਨਹੀਂ ਮਿਲੀ। ਇੱਕ ਤਾਂ 35 ਮਹੀਨੇ ਬਾਅਦ ਸੁਸਾਈਡ ਕਰਨ ਦੀ ਖਬਰ ਤੁਸੀਂ ਸਾਹਮਣੇ ਸੁਣੀ, ਕਲੱਕ ਕਰ ਗਿਆ। ਤੇ ਫਿਰ ਤੁਸੀਂ ਅੰਗਰੇਜ਼ਾਂ ਨੂੰ ਕਿੱਥੋਂ ਬੁਲਾ ਲਓਗੇ ਜੀ? ਕਿਹੜੀਆਂ ਯੂਨੀਵਰਸਿਟੀਆਂ ਦੀ ਪੜ੍ਹਾਈ ਦੀ ਗੱਲ ਕਰਦੇ ਹੋ ਤੁਸੀਂ? ਕਿਹੜਾ ਸਟੈਂਡਰਡ ਆ ਯੂਨੀਵਰਸਿਟੀਆਂ ਦਾ ਰਹਿ ਜਾਊਗਾ ਜੇ ਤੁਸੀਂ ਉਹਨਾਂ ਨੂੰ 15-15 ਸਾਲ ਨੈਟ ਕਲੀਅਰ ਤੇ 21,600 ਤੇ 18 ਸਾਲ ਦਾ ਮੇਰੇ ਕੋਲ ਆਇਆ, ਕਹਿੰਦਾ ਜੀ 19ਵਾਂ ਸਾਲ ਹੈ, ਮੈਂ 21,600 ਤੇ ਬੈਠਾ ਜੀ। ਸੋ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਕਰਨ ਵਾਲਾ ਹੈ। ਇੱਕ ਪਾਸੇ ਕਹੀ ਜਾਂਦੇ ਸਾਨੂੰ 50,000 ਕਰੋੜ ਦਿਓ, ਦੂਜੇ ਪਾਸੇ ਕਹਿ ਰਹੇ ਹੋ ਕਿ ਸਾਡੇ ਕੋਲ ਸਾਡੀ ਨੀਅਤ ਸਾਫ਼ ਹੈ, ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ। ਜੇ ਪੈਸੇ ਦੀ ਕਮੀ ਨਹੀਂ ਤਾਂ ਯੂਨੀਵਰਸਿਟੀ ਨੂੰ ਕਰ ਦਿਓ ਠੀਕ, ਕਿਉਂ ਨਹੀਂ ਕੀਤਾ ਹੁਣ ਤੱਕ? ਇਹ ਤਾਂ ਕੋਈ ਜ਼ਿਆਦਾ ਨਹੀਂ, 200-250 ਕਰੋੜ ਦੀ ਗੱਲ ਹੈ। ਤਾਂ ਕਿਤੇ ਵੀ ਜਿਹੜਾ ਪੈਰ ਲਾਉਣ ਲਈ ਮਾਨ ਸਾਹਿਬ ਤੁਹਾਨੂੰ ਨਾ ਥੋੜਾ ਜਿਹਾ ਹੁਣ ਪਹਿਲੇ ਮੋੜ ਤੋਂ ਬਾਹਰ ਆ ਕੇ ਤੇ ਕਈ ਗੱਲਾਂ ਜਿਹੜੀਆਂ ਤੁਹਾਡੇ, ਮੈਂ ਤਾਂ ਬਿਲਕੁਲ ਸ਼ੁਰੂ ਚ ਕਹਿਤਾ ਜੋ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਮੈਂ ਨਹੀਂ ਲਾਉਂਦਾ। ਨਾਲੇ ਜੋ ਕਿਸੇ ਨੇ ਕੀ ਖਾਣਾ ਹੈ, ਕਿਸੇ ਨੇ, ਇਹ ਸੰਵਿਧਾਨ ਸਾਡਾ ਆਗਿਆ ਦਿੰਦਾ ਹੈ, ਸੰਵਿਧਾਨ ਚ ਲਿਖਿਆ ਹੈ ਖਾਣਾ ਪੀਣਾ ਬੰਦੇ ਦੀ ਮਰਜ਼ੀ ਹੈ,
ਲੇਕਿਨ ਜਦੋਂ ਕੋਈ ਪਬਲਿਕ ਫਿਗਰ ਹੁੰਦਾ ਫਿਕਰ ਜ਼ਰੂਰ ਹੁੰਦਾ ਸਾਨੂੰ। ਤੇ ਇਹ ਵੀ ਬਹੁਤ ਸਾਜ਼ਿਸ਼ਾਂ ਚੱਲਦੀਆਂ ਨੇ। ਕਿਸੇ ਜ਼ਮਾਨੇ 'ਚ ਤੁਸੀਂ ਹਿਸਟਰੀ ਪੜ੍ਹੋ ਨਾ, ਇਸ ਤਰ੍ਹਾਂ ਵੀ ਹੁੰਦਾ ਰਿਹਾ ਕਿ ਲੋਕਾਂ ਨੂੰ ਲਾ ਦਿੰਦੇ ਸੀ, ਸਾਡੇ ਸਰੀਕਿਆਂ ਨੂੰ ਵੀ ਲਾ ਦਿੰਦੇ ਨੇ, ਹੁਣ ਵੀ ਤਾਂ ਬੜਾ ਕੁਛ ਇਸ ਤਰ੍ਹਾਂ ਲਾ ਦਿੰਦੇ ਨੇ, ਪਤਾ ਨਹੀਂ ਕਿਹੜੇ ਪਾਸੋਂ ਕੀ ਹੋ ਰਿਹਾ। ਤੇ ਸਮਝਦਾਰ ਨੇ ਮਾਨ ਸਾਹਿਬ, ਤੋ ਉਹ ਸਮਝਣਗੇ। ਲੇਕਿਨ 1 ਮਹੀਨੇ ਦੀ ਕਾਰਗੁਜ਼ਾਰੀ ਮੈਂ ਸਮਝਦਾ ਉਹਨਾਂ ਨੂੰ ਆਪ ਵੀ ਬੈਠ ਕੇ ਸੋਚਣਾ ਚਾਹੀਦਾ। ਅਸੀਂ ਤਾਂ ਮੀਡੀਆ ਵੱਲੋਂ ਲੇਖਾ ਜੋਖਾ ਕਰਾਂਗੇ ਕਰ ਵੀ ਰਹੇ ਹਾਂ, ਪਰ ਉਨੀ ਤਸੱਲੀ ਨਹੀਂ ਹੋਈ ਜਿੰਨੀ ਦੀ ਆਸ ਸੀ ਪੰਜਾਬ ਦੇ ਲੋਕਾਂ ਨੂੰ। ਬਿਲਕੁਲ ਬਿਲਕੁਲ, ਲੋਕ ਵੱਡੇ ਬਦਲਾਅ ਦੀ ਆਸ ਲੋਕ ਅੱਜ ਵੀ ਦੇਖਦੇ ਨੇ ਕਿ ਬਦਲਾਅ ਆਇਆ ਕਿੱਥੇ ਆ। ਪ੍ਰੋਫੈਸਰ ਸਾਹਿਬ, ਇਹਦੇ ਨਾਲ ਜੁੜਿਆ ਇੱਕ ਸਵਾਲ ਹੋਰ ਮੇਰੇ ਮਨ ਦੇ ਵਿੱਚ ਆਇਆ, ਲੋਕਾਂ ਦੇ ਮਨਾਂ ਵਿੱਚ ਵੀ ਆਉਂਦਾ ਹੁੰਦਾ, ਜਦੋਂ ਮੈਂ ਕਿਹਾ ਕਿ ਇਹਦੇ ਨਾਲ ਪੰਜਾਬ ਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ ਸਿਆਸੀ ਤੌਰ ਦੇ ਉੱਤੇ ਜਾਂ ਆਰਥਿਕ ਤੌਰ ਦੇ ਉੱਤੇ। ਭਗਵੰਤ ਮਾਨ ਦੇ ਅਕਸ ਨੂੰ ਜਦੋਂ ਗੱਲ ਹੁੰਦੀ ਹੈ ਕਿ ਦਿੱਲੀ ਵਾਲਿਆਂ ਦਾ ਇੰਟਰਸਟ ਕੀ ਆ, ਅਰਵਿੰਦ ਕੇਜਰੀਵਾਲ ਦਾ, ਰਾਘਵ ਚੱਡਾ ਦਾ, ਉਹਨਾਂ ਦਾ ਇਹੋ ਜਿਹਾ ਕੀ ਇੰਟਰਸਟ ਹੈ ਪੰਜਾਬ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਹੁਣੀ ਇਹ ਚਾਹਣ ਕਿ ਉਹ ਭਗਵੰਤ ਮਾਨ ਨੂੰ ਖੂੰਜੇ ਲਾ ਦੇਣ, ਜਿਨ੍ਹਾਂ ਨੇ ਆਪ ਹੀ ਉਹਨੂੰ ਮੁੱਖ ਮੰਤਰੀ ਬਣਾਇਆ। ਇਹੋ ਜਿਹਾ ਕੀ ਹੈ ਜਿਹਦੇ ਉੱਤੇ ਸ਼ੱਕ ਸਵਾਲ ਜਿਹੜੇ ਖੜੇ ਹੁੰਦੇ ਨੇ? ਦੇਖੋ, ਕੇਜਰੀਵਾਲ ਸਾਹਿਬ ਦੀ ਇੱਕ, ਵੈਸੇ ਤਾਂ ਕੋਈ ਵੀ ਸਿਆਸੀ ਬੰਦਾ, ਕੋਈ ਵੀ ABC, ਉਹ ਕਿਸੇ ਬੰਦੇ ਨੂੰ ਆਪਣੇ ਤੋਂ ਵੱਡਾ ਨਹੀਂ ਬਣ ਦੇਖਣਾ ਚਾਹੁੰਦਾ। ਹੁਣ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਦੇ ਨੇ ਔਰ ਭਗਵੰਤ ਮਾਨ ਸਾਹਿਬ ਪੰਜਾਬ ਦੇ ਨੇ। ਪਹਿਲੀ ਤਾਂ ਦਿੱਲੀ ਪੂਰਾ ਸਟੇਟ ਨਹੀਂ ਹੈ, ਦਿੱਲੀ ਦੇ ਮੁੱਖ ਮੰਤਰੀ ਕੋਲ ਨਾ ਤਾਂ ਪੁਲਿਸ ਆ ਨਾ ਕੋਈ ਪਾਵਰ ਹੈ, ਤੇ ਪੰਜਾਬ ਦੇ ਮੁੱਖ ਮੰਤਰੀ ਫੁੱਲ ਫਲੈਜ ਸਟੇਟ ਦਾ ਮੁੱਖ ਮੰਤਰੀ ਹੈ। ਔਰ ਜਿਹੜੀ ਆਮ ਆਦਮੀ ਪਾਰਟੀ 'ਚ ਕਿਸੇ ਦਾ ਵੀ ਕੱਦ ਉਹਦੇ ਕਾਰਨ ਵੱਧਦਾ ਜਾਂ ਉਹਦੀ ਸਰਗਰਮੀ ਕਾਰਨ ਵੱਧਦਾ, ਤੇ ਜੇ ਕੱਦ ਵੱਧਦਾ ਹੈ ਤੇ ਫਿਰ ਕਿਉਂ ਉਹ ਚਾਹਣਗੇ। ਤੇ ਖਾਸ ਤੌਰ ਤੇ ਕੇਜਰੀਵਾਲ ਸਾਹਿਬ, ਕੇਜਰੀਵਾਲ ਨੇ ਜਦੋਂ ਆਮ ਆਦਮੀ ਪਾਰਟੀ ਬਣੀ, ਜਿਹੜੇ ਬੰਦੇ ਵੀ ਥੋੜੇ ਸਰਗਰਮ ਸੀ ਉਹਨਾਂ ਨੂੰ ਸਭ ਨੂੰ ਛਾਂਟਣਾ ਸ਼ੁਰੂ ਕੀਤਾ। ਦਿੱਲੀ 'ਚ ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ, ਤੇ ਪੰਜਾਬ ਦੇ ਵਿੱਚ ਤਾਂ ਤੁਹਾਡੇ ਸਾਹਮਣੇ ਲੰਬੀ ਲਿਸਟ ਹੈ, ਫੂਲਕਾ ਸਾਹਿਬ, ਔਰ ਇੱਧਰ ਪਾਸੇ ਸੁਖਪਾਲ ਸਿੰਘ ਖਹਿਰਾ। ਜਿਸ ਤਰੀਕੇ ਨਾਲ ਸੁੱਚਾ ਸਿੰਘ ਛੋਟੇਪੁਰ ਕਿੱਥੇ ਹੈ ਜੀ, ਐਡਾ ਬੜਾ ਜਿਹਨੇ ਮਿਹਨਤ ਕੀਤੀ ਸੀ, ਕਿਹੜੀ ਉਹਦੀ ਵੀਡੀਓ ਆ ਗਈ ਜਿਹੜੀ ਲੋਕਾਂ ਸਾਹਮਣੇ ਨਹੀਂ ਕੀਤੀ, ਲੇਕਿਨ ਉਹਨੂੰ ਕੱਢ ਕੇ ਬਾਹਰ ਮਾਰਿਆ। ਔਰ ਮੈਂ ਸੁੱਚਾ ਸਿੰਘ ਛੋਟੇਪੁਰ ਨੂੰ ਇੰਟਰਵਿਊ ਕੀਤਾ, ਕਹਿੰਦਾ ਮੈਂ ਉਹਨੂੰ ਕਿਹਾ ਵੀ ਤੂੰ ਮਾਫੀ ਮੰਗੇਗਾ ਮੈਂ ਤਾਂ, ਫਿਰ ਉਹਦੇ ਕੋਲੋਂ ਦੁਬਾਰਾ ਗਿਆ। ਤੋ ਇਹ ਇੱਕ ਤਾਂ ਇਹ ਵੀ ਕਾਰਨ ਹੈ ਕਿ ਇਹਨੂੰ ਇਸ ਤਰ੍ਹਾਂ ਰੱਖੀ। ਦੂਜਾ, ਜਿਹੜਾ ਬੰਦਾ ਖੁਦ ਹੁਣ ਪੰਜਾਬ ਦੇ ਵਿੱਚ ਹਾਲ ਦੀ ਘੜੀ ਭਗਵੰਤ ਮਾਨ ਜੀ ਨਾਲ 91-92 ਇਹ ਨੇ, 91 ਚੋਂ ਕਿੰਨੇ ਬੰਦੇ ਨੇ ਆਪਦੀ ਮਰਜ਼ੀ ਦੇ ਬੰਦੇ ਉਹਨਾਂ ਨੇ ਬਣਾਏ ਨੇ, ਔਰ ਉਹ ਬਣਾਏ ਨੇ ਜਿਹੜੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਜੁੜੇ ਨੇ ਜਾਂ ਬਿਲਕੁਲ ਨਵੇਂ ਨੇ। ਕਿਹੜੇ ਪੁਰਾਣੇ ਬੰਦੇ ਨੂੰ ਬਣਾਇਆ ਔਰ ਪਹਿਲੇ ਦਿਨ ਕਿਸ ਕਿਸਮ ਦੇ ਲਾਇਸੈਂਸ ਦਿੱਤਾ ਉਹਨਾਂ ਨੂੰ, ਇਹ ਸਾਰਾ ਕੁਝ ਇਸ ਕਰਕੇ ਵੀ ਹੈ। ਤੇ ਫਿਰ ਇਹ ਵੀ ਹੁੰਦਾ ਵੀ ਵੈਸੇ ਤਾਂ ਇਹੀ ਗੱਲਾਂ ਸਾਰੇ ਕਿਤੇ ਹੋਈਆਂ ਨੇ, ਸਾਰੇ ਆਪਣੇ ਆਪਣੇ ਤਰੀਕੇ ਨਾਲ ਚਲਾਉਂਦੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਜਦੋਂ ਚੱਕਣਾ ਸੀ ਤਾਂ ਆਪਣੇ ਸਾਰੇ ਲੀਡਰਾਂ ਦੇ ਮੁੰਡਿਆਂ ਨੂੰ ਅੱਗੇ ਲੈ ਆਏ। ਤੁਸੀਂ ਨਾਂ ਲੈਣੇ ਸ਼ੁਰੂ ਕਰ ਦਿਓ, ਪਰਮਿੰਦਰ ਢੀਂਡਸਾ ਤੋਂ ਸ਼ੁਰੂ ਕਰ ਲਓ। ਜਿਹੜੇ ਦੋ ਹੀ ਬੰਦੇ ਉਹਨਾਂ ਦੇ ਆਲੇ ਦੁਆਲੇ ਸੀ, ਸੁਖਦੇਵ ਸਿੰਘ ਢੀਂਡਸਾ, ਉਹਦਾ ਮੁੰਡਾ ਪਰਮਿੰਦਰ ਢੀਂਡਸਾ, ਤੇ ਬਲਵਿੰਦਰ ਭੁੰਡਰ ਉਹਦਾ ਮੁੰਡਾ, ਉਹਨਾਂ ਨੇ ਅੱਗੇ ਲਿਆਂਦਾ। ਤੇ ਉਸ ਤੋਂ ਬਾਅਦ ਜਿੰਨੇ ਵੀ ਵੱਡੇ ਲੀਡਰ ਨੇ ਸਭ ਦੇ ਮੁੰਡੇ ਅੱਗੇ ਆ ਗਏ, ਕਿਉਂਕਿ ਸੁਖਬੀਰ ਸਿੰਘ ਬਾਦਲ ਸੀਨੀਅਰ ਬੰਦੇ ਦੇ ਉੱਤੇ ਚੱਲ ਨਹੀਂ ਸਕਦੇ ਸੀ, ਮੁੰਡੇ ਉਹਨਾਂ ਦੇ ਜੂਨੀਅਰ ਸੀ, ਉਹਨਾਂ ਦਾ ਤਰੀਕਾ ਇਹ ਸੀ। ਤੋ ਇਹ ਕਿਵੇਂ ਚਾਹੂਗਾ? ਇੱਕ ਤਾਂ ਇਹ, ਦੂਜਾ ਪੰਜਾਬ ਨੂੰ ਵਰਤਣਾ ਜਿਹੜਾ ਉਹਦੇ ਲਈ ਉਹ ਸੁਪਨਾ ਵੱਡਾ, ਉਹਨਾਂ ਦਾ ਸੁਪਨਾ ਪੰਜਾਬ ਨਹੀਂ ਹੈ। ਪੰਜਾਬ ਨੂੰ ਜਿਹੜੀ ਪ੍ਰਫੁੱਲਤ ਕਰਨਾ, ਕੀ ਲੈਣਾ ਉਹਨਾਂ ਨੇ? ਕੱਲ ਨੂੰ ਜੇ ਹਰਿਆਣਾ ਜਾ ਕੇ ਗੱਲ ਕਰਨਗੇ ਤਾਂ ਪੰਜਾਬ ਦੀ ਕਰਨਗੇ, ਤੇ ਹਰਿਆਣਾ ਜੇ ਵੋਟਾਂ ਲੈਣੀਆਂ ਨੇ ਤਾਂ ਹਰਿਆਣਾ ਦੇ ਪਾਣੀ ਦੀ ਕਰਨੀ ਪਊਗੀ ਗੱਲ, ਇਸ ਵੇਲੇ ਬਣਾਉਣ ਦੀ ਗੱਲ ਕਰਨੀ ਪਊਗੀ। ਤੇ ਉਹਨਾਂ ਦੀ ਤਾਂ ਕੰਟਰਾਡਿਕਸ਼ਨ ਹੈ, ਤੇ ਸਾਡੇ ਜਿਹੜੀ ਕੰਟਰਾਡਿਕਸ਼ਨ ਨਹੀਂ ਚੱਲ ਸਕਦੀ। ਗੱਲ ਤਾਂ ਇਹ ਹੈ ਨਾ, ਇਹੀ ਇੱਕ ਵੱਡੀ ਪ੍ਰੋਬਲਮ ਹੈ। ਭਗਵੰਤ ਮਾਨ ਚੰਡੀਗੜ੍ਹ ਮੰਗਦਾ, ਤੇ ਜੇ ਹਰਿਆਣੇ 'ਚ ਵੋਟਾਂ ਲੈਣੀਆਂ ਤੇ ਚੰਡੀਗੜ੍ਹ ਕਿਵੇਂ ਕਹਿਣਗੇ? ਤੇ ਚੰਡੀਗੜ੍ਹ ਤੇ ਚਾਹੀਦਾ ਭਗਵੰਤ ਮਾਨ ਦਾ ਸਟੈਂਡ ਬਿਲਕੁਲ ਐਵੇਂ ਬੋਗਸ ਜਿਹਾ ਸੀ, ਕੋਈ ਗੰਭੀਰਤਾ ਵਾਲਾ ਸਟੈਂਡ ਨਹੀਂ। ਤੋ ਇਹ ਵੱਖਰੀ ਗੱਲ ਹੈ ਕਿ ਹਾਲ ਦੀ ਘੜੀ ਭਗਵੰਤ ਮਾਨ
ਫਿਰ ਹਾਲਾਂਕਿ ਉਮਰ 'ਚ ਬਰਾਬਰੀ ਹੋਣਗੇ, ਜਿਵੇਂ ਪੈਰੀ ਹੱਥ ਲਾਉਂਦਾ ਹੈ, ਇਹ ਤਾਂ ਅਗਲੇ ਦੀ ਆਪਦੀ ਸਤਿਕਾਰ ਹੈ, ਲਾਵੇ ਨਾ ਲਾਵੇ ਉਹ ਵੱਖਰੀਆਂ ਗੱਲਾਂ ਨੇ। ਪਰ ਸੱਚ ਇਹ ਹੈ ਕਿ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ। ਤੇ ਜੇ 5 ਬੰਦੇ ਜਿਹੜੇ ਰਾਜ ਸਭਾ 'ਚ ਗਏ, ਜੇ ਆਮ ਆਦਮੀ ਪਾਰਟੀ ਦੇ ਬੰਦੇ ਹੁੰਦੇ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹੁੰਦੇ, ਤਾਂ ਪੰਜਾਬ ਦੇ ਹੱਕਾਂ ਲਈ ਖੜਦੇ। ਤੇ ਹੁਣ ਉਹ ਪਾਠਕ ਜਿਹੜਾ ਛੱਤੀਸਗੜ੍ਹ ਦਾ, ਉਹਨੇ ਪੰਜਾਬ ਤੋਂ ਕੀ ਲੈਣਾ? ਪਾਰਟੀ ਨੂੰ ਫਾਇਦਾ ਦੇ ਸਕਦਾ ਹੈ, ਰਣਨੀਤੀਕਾਰ ਹੋ ਸਕਦਾ ਹੈ, ਉਹ ਪਾਰਟੀ ਨੂੰ ਫਾਇਦਾ ਗੁਜਰਾਤ ਦੇਵੇ, ਹਿਮਾਚਲ ਦੇਵੇ, ਹਰਿਆਣਾ 'ਚ ਦੇਵੇ, ਪੰਜਾਬ ਨੇ ਕਿੱਥੇ? ਕੋਟਾ ਤਾਂ ਪੰਜਾਬ ਦਾ ਗਿਆ ਨਾ। ਸੋ ਉਹਨਾਂ ਦੇ ਇੰਟਰਸਟ ਅਲੱਗ ਨੇ, ਮਾਨ ਸਾਹਿਬ ਦੇ ਅਲੱਗ ਹੋਣੇ ਚਾਹੀਦੇ ਨੇ, ਜਿਹੜੇ ਹਾਲ ਦੀ ਘੜੀ ਨਜ਼ਰ ਨਹੀਂ ਆਏ ਘੱਟੋ ਘੱਟ 1 ਮਹੀਨੇ 'ਚ। ਇਹਨਾਂ ਹਾਲਾਤਾਂ ਦੇ ਵਿੱਚ ਹੀ ਜਿਹੜਾ ਇਦਾਂ ਲੱਗਦਾ ਕਿ ਨਵਜੋਤ ਸਿੱਧੂ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਡਾਕਟਰ ਸਾਹਿਬ, ਜਿਵੇਂ ਦੇਖਿਆ ਕਿ ਬੜੇ ਪੁਰਾਣੇ ਤੇ ਨਵੇਂ ਸਾਰਿਆਂ ਨੂੰ ਇਕੱਠੇ ਕਰ ਰਹੇ ਨੇ। ਰਾਜਾ ਵੜਿੰਗ ਸਾਹਿਬ ਅੱਗੇ ਅੱਗੇ ਤੇ ਨਾ ਰਾਜਾ ਵੜਿੰਗ ਸਾਹਿਬ ਪਿੱਛੇ ਪਿੱਛੇ ਨੇ, ਤੇ ਨਵਜੋਤ ਸਿੱਧੂ ਅੱਗੇ ਅੱਗੇ ਨਜ਼ਰ ਆ ਰਹੇ ਨੇ। ਦੇਖੋ, ਗੱਲ ਇਹ ਹੈ, ਇਸ ਮਾਮਲੇ ਦੇ ਵਿੱਚ ਇਉਂ ਲੱਗਦਾ ਕਿ ਪੰਜਾਬ ਕਾਂਗਰਸ ਦੇ ਵਿੱਚ ਕੋਈ ਇੱਕ ਵੱਡਾ ਚਿਹਰਾ ਪੰਜਾਬ 'ਚ ਨਹੀਂ ਰਿਹਾ ਜਿਹਦੀ ਛਤਰੀ ਦੇ ਥੱਲੇ ਇਕੱਠੇ ਹੋ ਜਾਣ। ਤੁਸੀਂ ਕੈਪਟਨ ਸਾਹਿਬ ਨੂੰ ਜੋ ਮਰਜ਼ੀ ਕਹੋ, ਕੈਪਟਨ ਸਾਹਿਬ ਦਾ ਕੱਦ ਵੱਡਾ ਸੀ ਤੇ ਉਹਨਾਂ ਦੇ ਆਲੇ ਦੁਆਲੇ ਲੋਕ ਇਕੱਠੇ ਹੋ ਕੇ ਕੰਮ ਨਹੀਂ ਕੀਤਾ, ਲੋਕਾਂ ਨੇ ਸਜ਼ਾ ਦੇਤੀ। ਇਹ ਗੱਲ ਬਿਲਕੁਲ ਸਹੀ ਹੈ ਕਿ ਦੂਜੀ ਟਰਮ 'ਚੋਂ ਮਿਲ ਕੇ ਖੇਡੇ, ਉਹਨਾਂ ਦੀ ਕੀ ਮਜਬੂਰੀ ਸੀ, ਕੋਈ ਈਡੀ ਦਾ ਡਰ ਸੀ ਜਾਂ ਕੋਈ ਹੋਰ ਸੀ, ਇਹ ਗੱਲ ਵੱਖਰੀ ਹੋ ਸਕਦੀ ਹੈ। ਪਰ ਸੱਚ ਇਹ ਹੈ ਕਿ ਉਦੋਂ ਬਾਅਦ ਕਾਂਗਰਸ ਦੇ ਵਿੱਚ ਸਭ ਬਰਾਬਰ ਦੇ ਧੜੇ ਨੇ, ਇੱਕ ਦੂਜੇ ਨੂੰ ਠਿੱਬੀ ਲਾਉਣ ਵਾਲੇ ਧੜੇ ਨੇ। ਔਰ ਕਮਾਲ ਹੈ, ਸਭ ਨੇ ਠਿੱਬੀ ਲਾਈ ਹੈ ਇੱਕ ਦੂਜੇ ਨੂੰ। ਮਤਲਬ ਤੁਸੀਂ ਜਦੋਂ ਕੈਪਟਨ ਸਾਹਿਬ ਚਲੇ ਜਾਂਦੇ ਨੇ, ਉਦੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਆਉਣਾ, ਕੋਈ ਸਿੱਧੂ ਮਿਹਨਤ ਕਰਕੇ ਨਹੀਂ ਆਇਆ, ਸਿੱਧੂ ਜਮਾਂਦਰੂ ਕਾਂਗਰਸੀ ਨਹੀਂ ਸੀ। ਉਹ ਤਾਂ ਬਿਲਕੁਲ, ਜੇ ਭਗਵੰਤ ਸਿੰਘ ਦਾ ਮੁੰਡਾ ਸਿੱਧੂ ਆਪਣੇ ਆਪ ਨੂੰ ਕਹਿੰਦਾ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ 'ਚ ਕਿਉਂ ਗਿਆ? ਤੇ ਜਿਹੜਾ ਹੁਣ ਆ ਕੇ ਕਹਿੰਦੇ ਜੀ ਮੈਂ ਤਾਂ ਭਗਵੰਤ ਸਿੰਘ ਸਿੱਧੂ ਦਾ ਮੁੰਡਾ, ਮੈਂ ਤਾਂ ਉਸੇ ਦਿਨ ਹੀ ਕਹਿਤਾ ਸੀ ਜਦੋਂ ਇਹਨਾਂ ਨੇ ਆਪਦਾ ਪ੍ਰਧਾਨਗੀ ਦਾ ਉਹਦਾ ਸੰਭਾਲਣ ਵੇਲੇ ਜਿਸ ਤਰ੍ਹਾਂ ਦੀ ਬਾਡੀ ਲੈਂਗੁਏਜ, ਜਿਸ ਤਰ੍ਹਾਂ ਚੌੜਾ ਹੋ ਕੇ ਤੁਰਨਾ, ਜਿਸ ਤਰ੍ਹਾਂ ਮੈਂ ਦੂਜੇ ਨੂੰ ਤੂੰ ਕਰਨਾ, ਕਿਸ ਦੀ ਇੱਜ਼ਤ ਨਹੀਂ ਕਰਨੀ, ਪਤਾ ਹੀ ਲੱਗ ਗਿਆ ਸੀ। ਇਮਰਾਨ ਖਾਨ ਤੇ ਇਹ ਦੋਨੇ ਇੱਕ ਦੂਜਿਆਂ ਨੂੰ ਬੇਈਮਾਨ ਕਹਿੰਦੇ ਰਹੇ, ਆਪਸ 'ਚ ਆਪਣੇ ਆਪ ਨੂੰ ਸਿੱਧ ਕਰਦੇ ਰਹੇ, ਦੋਨੇ ਇਕੱਠੇ ਗਏ। ਔਰ ਨਵਜੋਤ ਸਿੰਘ ਸਿੱਧੂ ਦੇ ਜੇ ਤੁਸੀਂ ਕਹੋ ਕਿ ਸਾਰਾ ਕੁਝ ਬਿਲਕੁਲ ਠੀਕ ਚੱਲਿਆ, ਬਿਲਕੁਲ ਨਹੀਂ। ਨਵਜੋਤ ਸਿੰਘ ਸਿੱਧੂ ਵੀ ਬਾਕੀਆਂ ਵਰਗਾ ਹੀ ਹੈ। ਔਰ ਉਹਦੇ 'ਚ ਤੁਸੀਂ ਦੇਖ ਲਓ, ਜਿਹੜਾ ਅਮਰਗੜ੍ਹ ਤੋਂ ਜਿਹੜਾ ਧਮਾਨ ਹੁਣ ਨਾਲ ਹੈ, ਤੇ ਅਮਰਗੜ੍ਹ ਤੋਂ ਧਮਾਨ ਦਾ ਕਲੇਮ ਕੱਟ ਕੇ ਉਹਨੂੰ ਕਹਿੰਦੇ ਉਹ ਚਾਹੁੰਦਾ ਸੀ ਸੁਨਾਮ ਜਾਵਾਂ, ਉਹ ਸੁਨਾਮ ਭੇਜਤਾ, ਉਹਦੀ ਥਾਂ ਤੇ ਉਹਦਾ ਭਤੀਜੇ ਨੂੰ ਖੜਾ ਕਰਤਾ, ਧਨਵੰਤ ਸਿੰਘ ਦੇ ਮੁੰਡੇ ਨੂੰ, ਸਾਬਕਾ MLA ਦੇ ਨੂੰ। ਤੋਂ ਕਿਵੇਂ ਮੰਨੀਏ ਜਦੋਂ ਇਹਨਾਂ ਦੇ ਐਡਵਾਈਜ਼ਰ ਬਣਦੇ ਨੇ ਸਾਬਕਾ DGP ਜਾਂ ਰਜ਼ੀਆ ਸੁਲਤਾਨਾ, ਜਿਨ੍ਹਾਂ ਨੇ ਆ ਹੁਣ ਸਰਕਾਰ ਮੰਗ ਰਹੀ ਆ ਭਾਈ ਸਾਡੇ TV ਤਾਂ ਵਾਪਸ ਕਰ ਜਾਓ, ਹੀਟਰ ਤਾਂ ਵਾਪਸ ਕਰ ਜਾਓ, 5,60,000 ਰੁਪਏ ਦਾ ਪਾਇਆ ਉਹਨਾਂ ਤੇ ਕਲੇਮ। ਉਹ ਉਹਨਾਂ ਦੀ ਨੂੰਹ ਨੂੰ ਵਕਫ ਬੋਰਡ ਦਾ ਚੇਅਰਪਰਸਨ ਬਣਾਤਾ। ਤੇ ਹੋਰ ਭਾਈ ਭਤੀਜਾਵਾਦ ਕੀ ਹੁੰਦਾ ਜੀ? ਉਹ ਵੀ ਉਵੇਂ ਚੱਲ ਰਹੇ ਨੇ। ਸੋ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਸੁਨੀਲ ਜਾਖੜ, ਕੋਈ ਕਿਸ ਦੀ ਠਿੱਪੀ ਲਾ ਗਿਆ। ਸੁਨੀਲ ਜਾਖੜ ਨੂੰ ਸਭ ਨੇ, ਅੰਬਿਕਾ ਸੋਨੀ ਨੇ ਠਿੱਪੀ ਲਾਤੀ। ਜਦੋਂ ਸੁਖਜਿੰਦਰ ਰੰਧਾਵਾ ਬਣ ਲੱਗਿਆ, ਨਵਜੋਤ ਸਿੰਘ ਸਿੱਧੂ ਨੇ ਕਹਿਤਾ, ਚੰਨੀ ਦਾ ਦਾਲ ਲੱਗ ਗਿਆ। ਸਾਰੇ ਅਲੱਗ-ਅਲੱਗ, ਇੱਕ ਧੜਾ ਨਹੀਂ, ਕਈ ਧੜੇ ਨੇ, ਕਈ ਤਾਂ ਆਪਣੇ ਆਪ 'ਚ ਫੁੱਲ ਫਲੈਜ ਧੜੇ ਨੇ। ਹੁਣ ਇਹਨਾਂ ਦੇ ਵਿੱਚੋਂ ਦਾਰ ਲੱਗਿਆ ਜਿਹੜਾ ਰਾਜਾ ਵੜਿੰਗ ਦਾ। ਹਾਲਾਂਕਿ ਲੜਾਈ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਨਾਲ ਰਾਜਾ ਵੜਿੰਗ ਦੀ ਉਸ ਚੋਣ 'ਚ ਹੋਈ ਸੀ ਜਿਹੜੇ ਹਰਸਿਮਰਤ ਦੇ ਖਿਲਾਫ ਲੋਕ ਸਭਾ ਦੀ ਲੜੀ ਸੀ। ਉੱਥੇ ਪਹਿਲੀ ਵਾਰ ਕਿਹਾ ਸੀ ਕਿ ਜੀ ਇਹ ਮਿਲ ਕੇ ਖੇਡ ਰਹੇ ਨੇ 75-25 ਤੇ ਪ੍ਰਿਯੰਕਾ ਗਾਂਧੀ ਦੀ ਹਾਜ਼ਰੀ ਦੇ ਵਿੱਚ। ਉਹ ਤੋਂ ਬਾਅਦ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਹੋਈ, ਜਾਂ ਫਿਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਹਾਰ ਹੋਈ, ਉਦੋਂ ਬਾਅਦ ਹਾਰੇ ਹੋਏ ਕਿੰਨੇ ਕੁ ਬੰਦੇ ਇਕੱਠੇ ਕਰ ਸਕਦੇ ਨੇ, ਕੀਤੇ ਇਹਨਾਂ ਨੇ, ਕਰਕੇ ਫਿਰ ਇਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ, ਲਗਾਤਾਰ ਕਰਦੇ ਰਹੇ। ਲੇਕਿਨ ਆਖਰੀ ਸ਼ਕਤੀ ਪ੍ਰਦਰਸ਼ਨ 5 ਮੀਟਿੰਗਾਂ ਤੋਂ ਬਾਅਦ ਜਦੋਂ ਮਹਿੰਗਾਈ ਦੀ ਬਜਾਏ ਆਪਦੀ ਪਾਰਟੀ ਨੂੰ ਨਿੰਦਣਾ ਸ਼ੁਰੂ ਕਰਤਾ, ਇੱਥੇ ਬੇਈਮਾਨ ਨੇ, ਇੱਥੇ ਜਿਨ੍ਹਾਂ ਦੇ ਘਰਾਂ ਤੋਂ ਪੈਸੇ ਮਿਲਦੇ ਨੂੰ ਪਤਾ ਸਭ ਨੂੰ ਲੱਗ ਰਿਹਾ ਸੀ ਕਿਹਨੂੰ ਕਿਹਾ ਜਾ ਰਿਹਾ।
ਉਹ ਵਰਿੰਦਰ ਢਿੱਲੋਂ, ਚਾਹੇ ਉਹ ਸਕ੍ਰਿਪਟਡ ਸੀ ਚਾਹੇ ਮੌਕੇ ਤੇ ਉਹਨੇ ਗੱਲ ਕੀਤੀ, ਚਲੋ ਉਹਦਾ ਨੰਬਰ ਕੱਟਿਆ ਗਿਆ। ਹੁਣ ਸਮਝ ਇਹ ਆਉਂਦੀ ਹੈ ਕਿ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਮਿਹਨਤ ਕਰ ਰਹੇ ਨੇ, ਮਿਲ ਰਹੇ ਨੇ, ਮਾਝਾ ਬ੍ਰਿਗੇਡ ਨੂੰ ਵੀ ਮਿਲੇ, ਇਹਨਾਂ ਨੂੰ ਵੀ ਮਿਲਣਾ ਚਾਹੁੰਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਸਾਰਾ ਕੁਝ ਇੰਨਾ ਕਾਟੋ ਕਲੇਸ਼ ਹੈ, ਉਲਝਦਾ ਸਰੀਰ ਜਾਖੜ ਵਾਲਾ ਉਹ ਵੀ ਉਲਝ ਗਿਆ, ਉਹ ਰਾਜਕੁਮਾਰ ਵੇਰਕਾ ਨੇ ਲਿਜਾਇਆ, ਸ਼ੁਰੂਆਤ ਤਾਂ ਉੱਥੋਂ ਹੋਈ, ਹਾਲਾਂਕਿ ਨਾਂ ਤਾਂ ਨਹੀਂ ਲਿਆ ਸੀ ਪਰ ਲੱਗਦਾ ਸੀ ਕਿ ਵੀ ਐ ਕਿਹਾ ਹੋਊਗਾ। ਉਹ ਕਹਿੰਦਾ ਮੈਂ ਤਾਂ ਜੀਤੇ ਵਾਲਿਆਂ ਨੂੰ ਕਿਹਾ ਸੀ। ਜੋ ਵੀ ਮਰਜ਼ੀ ਹੈ, ਰਾਜਾ ਵੜਿੰਗ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਨੇਚਰ ਮੈਨੂੰ ਲੱਗਦਾ ਨਹੀਂ। ਜੇ ਮੰਨ ਲਓ ਰਾਜਾ ਵੜਿੰਗ ਕਾਮਯਾਬ ਹੋ ਜਾਂਦਾ ਤੇ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਰਹਿ ਕੀ ਗਈ? ਤੇ ਨੰਬਰ 2 ਤੇ ਉਹ ਰਹਿਣਾ ਨਹੀਂ ਚਾਹੁੰਦਾ, ਤੇ ਨੰਬਰ 2 ਤੇ ਨਹੀਂ ਰਹਿਣਾ ਚਾਹੁੰਦਾ ਤੇ ਉਹ ਪਾਰਟੀ 'ਚ ਵੀ ਨਹੀਂ ਰਹਿਣਾ ਚਾਹੁੰਦਾ। ਤਾਂ ਲੱਗਦਾ ਹੈ ਕਿ ਆ ਜਿਹੜੇ ਬੰਦੇ ਮਿਲ ਰਹੇ ਨੇ, ਜਿਹੜੇ ਉਹਨਾਂ ਦੀ ਪਤਨੀ ਦਾ ਪਤਾ ਲੈਣ ਗਏ ਸੀ, ਜਿਹੜਾ ਨਾਦਰ ਸਿੰਘ ਮਾਨਸਾਹੀਆ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡੀ, ਫਿਰ ਆ ਸੁਰਜੀਤ ਮਾਨ ਜੀ ਨੇ ਲੱਡੂ ਵੰਡੇ ਵੀ ਮੈਨੂੰ ਕੱਢਿਆ, ਜਿਹਨੇ ਰਾਜਾ ਵੜਿੰਗ ਦੇ ਖਿਲਾਫ ਪਹਿਲਾਂ ਸ਼ੁਰੂ ਕੀਤਾ ਮੋਰਚਾ ਤੇ ਉਹਨੂੰ ਕਰਪਟ ਕਿਹਾ, ਟਿਕਟਾਂ ਵੇਚੀਆਂ, ਤੇ ਹਰੀਸ਼ ਚੌਧਰੀ ਦੀ ਵੀ ਆਪਾਂ ਭੂਮਿਕਾ ਇਹੀ ਬਣ ਸਕਦੇ ਆ ਇਹਦੇ 'ਚ। ਫਿਰ ਆ ਲਾਲ ਸਿੰਘ ਦਾ ਕੁੜਮ, ਹਰਦਿਆਲ ਕੰਬੋ, ਜੇ ਇਹ ਕੁੜਮ ਹੈ ਤੀਜਾ ਵੀ ਆਊ, ਮਦਨ ਲਾਲ ਜਲਾਲਪੁਰ ਵੀ ਆਊ, ਤੇ ਇਹਦਾ ਮਤਲਬ ਸਾਰੇ ਜਿਹੜੇ ਕੰਬੋ ਇੱਧਰ ਆ ਗਏ। ਰਜਿੰਦਰ ਸਿੰਘ ਦਾ ਉੱਥੇ ਹਾਜ਼ਰੀ ਸੀ, ਉਹਦਾ ਮੁੰਡਾ ਜਿਹੜਾ ਸਮਾਣੇ ਦਾ MLA ਰਿਹਾ। ਤੋ ਇਸ ਤਰ੍ਹਾਂ ਨਜ਼ਰੋਂ ਅਸ਼ਵਨੀ ਸ਼ੇਖੜੀ ਜਿਹਨੂੰ ਥਾਪੀ ਦਿੱਤੀ ਸੀ, ਤੇ ਉਹ ਸਾਰੇ ਦੀ ਜਦੋਂ ਆਪਾਂ ਨਵਤੇਜ ਚੀਮਾ, ਇਹ ਸ਼ੇਖੜੀ ਤੇ ਚੀਮਾ ਤਾਂ ਉਹੀ ਨੇ ਜਿਨ੍ਹਾਂ ਦੇ ਥਾਪੀ ਦੇ ਕੇ ਕਹਿੰਦਾ ਸੀ ਇਹਨਾਂ ਦੇ ਸੁਣ ਕੇ ਥਾਣੇਦਾਰ ਦਾ ਮੂਤ ਨਿਕਲ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਮੇਰੇ ਹਿਸਾਬ ਨਾਲ ਜੋ ਗੱਲ ਲੱਗਦੀ ਹੈ ਕਿ ਹੋ ਸਕਦਾ ਵੱਡੀ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ 'ਚ ਇੱਕ ਕਾਂਗਰਸ ਹੋਰ, ਪੰਜਾਬ ਲੋਕ ਕਾਂਗਰਸ ਦੀ ਬਜਾਏ ਇੱਕ ਦੀ ਸਿੱਧੂ ਕਾਂਗਰਸ ਵੀ ਨਿਕਲਿਆ ਹੋਵੇ, ਜਾਂ ਇੱਕ ਵੱਡਾ ਧੜਾ ਵੀ ਨਿਕਲਿਆ ਹੋਵੇ, ਕੋਈ ਪਤਾ ਨਹੀਂ। ਉਸ ਹਰੇ ਕਾਂਗਰਸ ਦਾ ਕਾਟੋ ਕਲੇਸ਼ ਕਿਸੇ ਵੀ ਪਾਸੇ ਜਾ ਸਕਦਾ। ਸ਼ੁਕਰੀਆ, ਧੰਨਵਾਦ ਤੁਹਾਡਾ ਡਾਕਟਰ ਸਾਹਿਬ ਜੀ। ਸ਼ੁਕਰੀਆ। ਤੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਡਾਕਟਰ ਰਜਿੰਦਰਪਾਲ ਸਿੰਘ ਵਾਲੀਆ। ਕੁੱਲ ਮਿਲਾ ਕੇ ਨਜ਼ਰ ਆਉਂਦਾ ਹੈ ਕਿ ਜੇ ਨਵਜੋਤ ਸਿੱਧੂ ਨੇ ਪਹਿਲਾਂ ਕਹਿੰਦੇ ਸੀ ਕਿ ਅਲੀ ਬਾਬਾ 40 ਚੋਰ, ਜੇ ਪੁਰਾਣਿਆਂ ਨੂੰ ਨਾਲ ਲੈ ਕੇ ਚੱਲਣਾ ਤਾਂ ਫਿਰ ਬਦਲਾਅ ਕਿੱਥੇ ਹੈ? ਲੋਕ ਬਦਲਾਅ ਮੰਗਦੇ ਆਮ ਆਦਮੀ ਪਾਰਟੀ ਦੇ ਵਿਹੜੇ 'ਚ ਜਾ ਬੈਠੇ, ਤੇ ਹੁਣ ਆਮ ਆਦਮੀ ਪਾਰਟੀ ਤੋਂ ਵੀ ਉਹੋ ਜਿਹੀਆਂ ਉਮੀਦਾਂ ਜਿਹੜੀਆਂ ਉਹ ਖਰੀਆਂ ਉਤਰਦੇ ਨਜ਼ਰ ਨਹੀਂ ਆਉਂਦੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। 1 ਮਹੀਨੇ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਲੱਗੀ? ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।